एविडेंस ਨੂੰ ਖਰਾਬ ਕਰਨ ਤੋਂ ਬਾਅਦ ਇਹ ਕੇਸ ਜਿਹੜਾ ਨਾ ਉਹ ਡੈਮੇਜ ਕਾਫੀ ਡੈਮੇਜ ਹੋ ਗਿਆ ਪਰ ਇਨਵੈਸਟੀਗੇਸ਼ਨ ਏਜੰਸੀ ਦੇ ਪਤਾ ਨਹੀਂ ਕਿਸ ਕਾਰਪੋਰੇਟ ਘਰਾਣੇ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਕਿ ਉਹ ਪ੍ਰੋਪਰ ਕੰਮ ਨਹੀਂ ਕਰ ਰਹੀ ਪਿਛਲੇ ਜਿੱਦਣ ਤੋਂ ਅਸੀਂ FIR ਪਾਈ ਹੈ 10 ਤੋਂ ਲੈ ਕੇ 17 ਤਰੀਕ ਤੱਕ ਕੌਣ ਕਿੱਥੇ ਸੀਗਾ ਸਭ ਦੇ ਟਾਵਰ ਲੋਕੇਸ਼ਨ ਮਿਲ ਜਾਏਗੀ ਸਭ ਦੀ ਪਤਾ ਲੱਗ ਜਾਏਗਾ ਕੌਣ ਕਿੱਥੇ ਪਰ ਨਹੀਂ ਉਹ ਹਾਲੇ ਤੱਕ ਕਲੈਕਟ ਨਹੀਂ ਕੀਤੀ ਹੈ ਉੱਥੇ ਜਿੰਨੀਆਂ ਸਰਾਂ ਹੈਗੀਆਂ ਜਿੰਨੇ ਉੱਥੇ ਕਮਰੇ ਹੈਗੇ ਉਹਨਾਂ ਦਾ ਹਾਲ ਦੇਖੋ ਤੁਸੀਂ ਜਾ ਕੇ ਕੀ ਹੈ ਗੰਦੇ ਬਿਸਤਰੇ ਨੇ ਗੰਦੇ ਰੂਮ ਨੇ ਗੰਦੇ ਬਾਥਰੂਮ ਨੇ ਕੀ ਗੁਰਦੁਆਰਿਆਂ 'ਚ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਸਾਰੇ ਕਮਰੇ ਉੱਥੇ ਚੋਰ ਬਜ਼ਾਰੀ 'ਚ ਪਿਕਦੇ ਨੇ ਔਰ ਇਨਵੈਸਟੀਗੇਸ਼ਨ ਆਫੀਸਰ ਉਹਨੂੰ ਪੁੱਛਣ ਤਾਂ ਸਹੀ ਉਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੋਈ ਕਰੇ ਤਾਂ ਸੀ ਕੌਣ ਲਿਜਾਂਦਾ ਸੀ ਨੈਂਸੀ ਸੀ ਨਿਹਾਰਿਕਾ ਸੀ ਭੁਪਿੰਦਰ ਸੀ ਕੌਣ ਸੀ ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ ਅੱਜ ਗੱਲ ਕਰਾਂਗੇ ਮਿਸ PTC ਪੰਜਾਬੀ ਕੇਸ ਦੀ ਜਿਹੜਾ ਲਗਾਤਾਰ ਚਰਚਾ ਦੇ ਵਿੱਚ ਚੱਲ ਰਿਹਾ ਹੈ ਅੱਜ ਬੀਤੇ ਦਿਨੀ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ PTC ਨੈਟਵਰਕ ਦੇ MD ਰਵਿੰਦਰ ਨਾਰਾਇਣ ਦੀ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਹਾਲੀ ਕੋਰਟ 'ਚ ਪੇਸ਼ੀ ਸੀਗੀ ਤੇ ਅੱਜ ਦੀ ਹੀਅਰਿੰਗ ਦੇ ਵਿੱਚ ਕੀ ਕੁਝ ਹੋਇਆ ਤੇ ਹੁਣ ਇਹ ਕੇਸ ਹੈ ਜਿਹੜਾ ਕਿਸ ਦਿਸ਼ਾ ਵੱਲ ਚੱਲ ਰਿਹਾ ਇਸ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ ਐਡਵੋਕੇਟ GS ਕੌੜਾ ਜੀ ਜਿਹੜੇ ਇਸ ਕੇਸ ਦੀ ਕੰਪਲੇਨੈਂਟ ਦੇ ਕਾਉਂਸਲ ਵੀ ਨੇ GS ਕੌੜਾ ਜੀ ਅੱਜ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਇਹ ਪੁਲਿਸ ਰਿਮਾਂਡ ਤੇ ਸੀ ਰਵਿੰਦਰ ਨਾਰਾਇਣ ਜੀ ਅੱਜ ਰਿਮਾਂਡ ਖਤਮ ਹੋਈ ਦੁਬਾਰਾ ਪੇਸ਼ ਕੀਤਾ ਗਿਆ ਤੇ ਕੀ ਕੁਝ ਹੋਇਆ ਅੱਜ ਦੀ ਹੀਅਰਿੰਗ 'ਚ ਉਹ ਬਰੀਫ ਕਰੋ ਜੀ ਲਾਸਟ ਡੇਟ ਤੇ 2 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਡਿਊਰਿੰਗ ਇੰਟਰੋਗੇਸ਼ਨ ਉਹਨੇ ਮੰਨਿਆ ਕਿ ਜਿਹੜੇ ਫੋਰਸਫੁਲੀ ਡਾਕੂਮੈਂਟ ਸਾਈਨ ਕਰਾਏ ਸੀ ਅਗਰੀਵਡ ਕੰਪਲੇਨੈਂਟ ਤੋਂ ਉਹ ਸਾਡੇ ਕੋਲੇ ਬੰਬੇ ਪਏ ਆ ਬਟ ਜਦੋਂ ਇਸ ਤੇ ਬਹਿਸ ਹੋਣ ਲੱਗੀ ਤਾਂ ਉਹ ਕਹਿੰਦੇ ਜੀ ਸਾਡਾ ਇੱਕ ਕਲਰਕ ਬੰਬੇ ਤੋਂ ਲੈ ਕੇ ਆ ਗਿਆ ਤੁਸੀਂ ਇੱਦਾਂ ਹੀ ਕੋਰਟ 'ਚ ਅਸੈਪਟ ਕਰ ਲਓ ਉਹ ਇੱਕ ਟੈਕਨੀਕਲਟੀ ਇੰਡੀਅਨ ਐਵੀਡੈਂਸ ਐਕਟ ਦੇ ਵਿੱਚ ਹੈ ਕਿ ਤੁਸੀਂ ਜਿੱਤੋਂ ਡਾਕੂਮੈਂਟ ਰਿਕਵਰ ਕਰਨੇ ਆ ਉਸੇ ਤੋਂ ਹੀ ਕਰਨੇ ਆ ਥਰਡ ਬੰਦਾ ਨੂੰ ਨਹੀਂ ਦੇ ਸਕਦਾ ਉਸ ਗਰਾਊਂਡ ਤੇ ਕੋਰਟ ਨੇ 3 ਦਿਨ ਦਾ ਰਿਮਾਂਡ ਹੋਰ ਦਿੱਤਾ ਕਿ ਡਾਕੂਮੈਂਟ ਰਿਕਵਰ ਕਰਨੇ ਆ ਪਲੱਸ ਮੇਰੇ ਆਰਗੂਮੈਂਟਸ ਇਹ ਸੀ ਕਿ ਨਾਲ ਇਹਨਾਂ ਤੋਂ ਜਿਹੜੇ ਸਟਿਲ ਕੈਮਰੇ ਸੀਗੇ ਉਹ ਜਿਹੜੀਆਂ ਇਹਨਾਂ ਨੇ CDs ਬਣਾਈਆਂ DVD ਬਣਾਏ ਨੇ ਉਹਨਾਂ ਦੇ ਪੈਨ ਡਰਾਈਵ ਬਣਾਈਆਂ ਹੋਈਆਂ ਔਰ ਇੱਕ ਸਟਿਲ ਕੈਮਰਾ ਜਾਂ ਦੂਸਰਾ ਵੀਡੀਓ ਕੈਮਰਾ ਉਹ ਵੀ ਰਿਕਵਰ ਕੀਤਾ ਜਾਣ ਨਾਲ ਇਹਨਾਂ ਦੇ ਜਿਹੜੀਆਂ ਸਭ ਦੀਆਂ ਟਾਵਰ ਲੋਕੇਸ਼ਨਸ ਹੈ ਕੌਣ ਕੌਣ ਕਿੱਥੇ ਸੀ ਉਸ ਟਾਈਮ ਤੇ ਇੰਨੇ 4-5 ਦਿਨ 'ਚ ਕੌਣ ਕਿਹੜੇ ਹੋਟਲ 'ਚ ਰੁਕਿਆ ਹੋਇਆ ਸੀ ਕੌਣ ਕਿਹੜੇ ਹੋਟਲ 'ਚ ਰੁਕਿਆ ਹੋਇਆ ਸੀ ਉਸ ਬਾਰੇ ਵੀ ਪੁੱਛਗਿੱਛ ਕੀਤੀ ਜਾਵੇ ਇਨਵੈਸਟੀਗੇਸ਼ਨ ਏਜੰਸੀ ਦੀ ਥੋੜ੍ਹੀ ਜਿਹੀ ਸਲੋ ਚੱਲਣ ਦਾ ਪਤਾ ਨਹੀਂ ਕੀ ਰੀਜ਼ਨ ਹੈ ਮੈਨੂੰ ਸਮਝ ਨਹੀਂ ਆਈ ਕਿਉਂਕਿ ਇਨਵੈਸਟੀਗੇਸ਼ਨ ਏਜੰਸੀ ਨੂੰ ਚਾਹੀਦਾ ਸੀ ਕਿ ਅੱਜ ਵੀ ਰਿਮਾਂਡ ਦੇ ਪੇਪਰ 'ਚ ਦੱਸਦੇ ਕਿ ਅਸੀਂ ਕੈਮਰੇ ਵੀ ਰਿਕਵਰ ਕਰਨੇ ਨੇ ਉਹਨਾਂ ਨੇ ਲਿਖਿਆ ਕਿ ਅਸੀਂ ਡਾਕੂਮੈਂਟ ਰਿਕਵਰ ਕਰਨੇ ਨੇ ਤੇ ਅਗਲੀ ਵਾਰੀ ਫਿਰ ਆਣਗੇ ਕਿ ਰਿਮਾਂਡ ਮੰਗਣ ਵਾਸਤੇ ਕਿ ਅਸੀਂ ਹੁਣ ਕੈਮਰੇ ਰਿਕਵਰ ਕਰਨੇ ਆ ਸੋ ਅੱਜ ਹੀ ਉਹਦੇ 'ਚ ਮੈਂਸ਼ਨ ਕਰ ਦੇਣਾ ਚਾਹੀਦਾ ਸੀ ਔਰ ਤੀਸਰੀ ਜਿਹੜੀ ਸੀਰੀਅਸ ਸਬਜੈਕਸ਼ਨ ਹੈ ਮੈਨੂੰ ਇਸ ਕੇਸ ਦੇ ਵਿੱਚ ਉਹ ਹੈ ਕਿ ਇਹਨਾਂ ਨੇ ਜਿਹੜਾ ਸਾਡਾ ਕੇਸ ਹੈ ਕੰਪਲੇਨੈਂਟ ਸਾਈਡ ਤੋਂ ਉਹ ਇਨਵੈਸਟੀਗੇਸ਼ਨ ਏਜੰਸੀ ਉਹਨੂੰ ਸਮਝਣ ਨੂੰ ਨਾਕਾਮ ਰਹੀ ਹੈ ਕਿ 328 ਦੀ ਜਿਹੜੀ IPC ਦੀ ਜਿਹੜੀ ਧਾਰਾ ਲੱਗੀ ਹੈ ਨਾ ਉਹਨੂੰ ਇਹਨਾਂ ਨੇ ਡਿਸਟਰੋਏ ਕਰ ਦਿੱਤਾ ਇਹ ਬੜਾ ਸੀਰੀਅਸ ਕੰਸਰਨ ਹੈ ਕਿਉਂਕਿ ਉਹਦੇ 'ਚ 10 ਸਾਲ ਦੀ ਸਜ਼ਾ ਹੈ ਅਤੇ ਹੁਣ ਜਿਹੜੇ ਦੂਸਰੇ ਮਾਈਨਰ ਅਫੈਂਸਿਸ ਹੈ ਉਹਨਾਂ 'ਚ ਸਜ਼ਾ ਘੱਟ ਹੈ ਅਤੇ ਇਸ ਕਰਕੇ ਇਹਨਾਂ ਦੇ ਜਿਹੜੇ ਕੇਸ ਨੂੰ ਇਫੈਕਟ ਕਰੇਗੀ ਇਹ ਕਿਉਂਕਿ 328 ਦੇ ਵਿੱਚ ਸਿੰਪਲ ਜੀ ਗੱਲ ਸੀ ਕਿ ਤੁਸੀਂ ਕੁੜੀ ਦਾ ਸੈਂਪਲ ਲੈ ਲੈਂਦੇ ਉਹਨੂੰ ਲੈ ਕੇ ਤਾਂ ਤੁਸੀਂ ਲੈਬ 'ਚੋਂ ਟੈਸਟ ਕਰਾ ਲੈਂਦੇ ਅਗਰ ਉਹ 'ਚ ਪੋਇਜ਼ਨਸ ਸਬਸਟਾਂਸ ਆਉਂਦਾ ਜਾਂ ਨਾਰਕੋਟਿਕ ਸਬਸਟਾਂਸ ਆਉਂਦਾ ਤੁਸੀਂ 307 ਲਾ ਦਿੰਦੇ ਨਾਰਕੋਟਿਕ ਆ ਜਾਂਦਾ ਤਾਂ ਤੁਸੀਂ NDPS ਦੀ ਧਾਰਾ ਵਧਾ ਦਿੰਦੇ ਮਤਲਬ ਉਹ ਐਵੀਡੈਂਸ ਨੂੰ ਖਰਾਬ ਕਰਨ ਤੋਂ ਬਾਅਦ ਇਹ ਕੇਸ ਜਿਹੜਾ ਨਾ ਉਹ ਕਾਫੀ ਡੈਮੇਜ ਹੋ ਗਿਆ ਪਰ ਇਨਵੈਸਟੀਗੇਸ਼ਨ ਏਜੰਸੀ ਦੇ ਪਤਾ ਨਹੀਂ ਕਿਸ ਕਾਰਪੋਰੇਟ ਘਰਾਣੇ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਕਿ ਉਹ ਪ੍ਰੋਪਰ ਕੰਮ ਨਹੀਂ ਕਰ ਰਹੀ ਮੈਨੂੰ ਸੀਰੀਅਸ ਆਬਜੈਕਸ਼ਨ ਹੈ ਇਸ 'ਤੇ ਔਰ ਮੈਂ SSP ਸਾਹਿਬ ਨੂੰ ਰਿਕੁਐਸਟ ਵੀ ਕਰੂੰਗਾ ਕਿ ਪਲੀਜ਼ ਲੁੱਕ ਇਨਟੂ ਦੀ ਮੈਟਰ ਇਹਨੂੰ ਦੇਖਿਆ ਜਾਵੇ ਕਿ ਇਨਵੈਸਟੀਗੇਸ਼ਨ ਅਗਰ ਟੀਮ ਹੋਰ ਬਣਾਉਣ ਦੀ ਲੋੜ ਹੈ ਜਾਂ ਹੋਰ ਸੀਨੀਅਰ ਅਫਸਰ ਇਹਦੇ 'ਚ ਇਨਕਲੂਡ ਕਰਨ ਦੀ ਲੋੜ ਹੈ ਤਾਂ ਜ਼ਰੂਰ ਇਹ 'ਚ ਇਨਕਲੂਡ ਕੀਤੇ ਜਾਣ ਤਾਂ ਕਿ ਇਨਵੈਸਟੀਗੇਸ਼ਨ ਜਲਦੀ ਤੋਂ ਜਲਦੀ ਕੰਪਲੀਟ ਹੋਵੇ ਅਤੇ ਦੂਸਰੇ ਅਕਿਊਜ਼ ਜਿਹੜੇ ਉਹ ਵੀ ਅਰੈਸਟ ਹੋਣ ਕਿਉਂਕਿ ਦੂਸਰਾ ਕੋਈ ਵੀ ਅਕਿਊਜ਼ ਹਾਲੇ ਕਾਬੂ ਨਹੀਂ ਆ ਰਿਹਾ ਪਰ ਮੇਰੀ ਇਨਫੋਰਮੇਸ਼ਨ ਤੋਂ ਮੈਨੂੰ ਪਤਾ ਲੱਗਿਆ ਕਿ ਕੁਝ ਲੋਕ ਨੇਪਾਲ ਦੀ ਰਾਹੀਂ ਬਾਹਰੋਂ ਭੱਜ ਗਏ ਨੇ ਹੁਣ ਕਿੱਥੋਂ ਤੱਕ ਇਹ ਗੱਲ ਸੱਚ ਹੈ ਆਈ ਕਾਂਟ ਸੇ ਐਟ ਦਿਸ ਸਟੇਜ ਬਟ ਇਹ ਇਨਵੈਸਟੀਗੇਸ਼ਨ ਏਜੰਸੀ ਫਾਈਂਡ ਆਊਟ ਕਰ ਸਕਦੀ ਹੈ ਕੌਣ ਕਿੱਥੇ ਹੈ ਪਰ ਇਹ ਤੁਸੀਂ ਮੰਨਦੇ ਕਿਉਂ ਜੀ ਜਿਵੇਂ ਤੁਸੀਂ ਦੱਸਿਆ ਕਿ ਸਿਰਫ ਹਜੇ ਤੱਕ ਇੱਕੋ ਅਰੈਸਟ ਹੋਈ ਹੈ ਜਿੰਨੇ ਵੀ ਇਹਦੇ 'ਚ ਅਕਿਊਜ਼ਡ ਸੀਗੇ ਇਸ ਕੇਸ ਦੇ ਵਿੱਚ ਅਤੇ ਬਾਕੀਆਂ ਵੱਲੋਂ ਨੈਂਸੀ ਘੁੰਮਣ ਦਾ ਪਹਿਲਾ ਨਾਮ ਆਇਆ ਐਂਟੀਸਪੇਟਰੀ ਬੇਲ ਫਾਈਲ ਕੀਤੀ ਉਹ ਵੀ ਰਿਜੈਕਟ ਹੋ ਗਈ ਸੋ ਨਾ ਤਾਂ ਉਸ ਤੋਂ ਬਾਅਦ ਜਿਹੜੇ ਬਾਕੀ ਨੇ ਚਾਹੇ ਉਹ ਨਿਹਾਰਿਕਾ ਹੋਵੇ ਭੁਪਿੰਦਰ ਸਿੰਘ ਹੋਵੇ ਐਂਟੀਸਪੇਟਰੀ ਬੇਲ ਵੀ ਨਹੀਂ ਫਾਈਲ ਕੀਤੀ ਜਾ ਰਹੀ ਪੁਲਿਸ ਵੱਲੋਂ ਅਰੈਸਟ ਵੀ ਨਹੀਂ ਕੀਤਾ ਜਾ ਰਿਹਾ ਜਿਹੜੀ SIT ਹੈ 3 ਮੈਂਬਰੀ ਤੁਸੀਂ ਪਹਿਲਾਂ ਵੀ ਇਹ ਸਵਾਲ ਖੜੇ ਕੀਤੇ ਸੀਗੇ ਵੀ ਜਾਣਬੁੱਝ ਕੇ ਲੱਗ ਰਿਹਾ ਵੀ ਕੰਮ ਨਹੀਂ ਕਰ ਰਹੇ
ਉਸ ਤੋਂ ਬਾਅਦ ਹਾਲਾਂਕਿ ਬਿਊਰੋਕ੍ਰੇਸੀ ਹੈ ਜਿਹੜੀ ਰੀਸ਼ਫਲਿੰਗ ਹੋਈ ਹੈ, ਨਵੇਂ ਐਸਐਸਪੀ ਆਏ ਨੇ ਮੋਹਾਲੀ ਦੇ ਵਿੱਚ, ਕੁਝ ਆਸ ਤੁਹਾਨੂੰ ਵੀ ਸੀਗੀ, ਪਰ 2 ਦਿਨ ਦੇ ਵਿੱਚ ਜੋ ਇੰਟਰੋਗੇਸ਼ਨ ਹੋਈ ਹੋਣੀ ਹੈ, ਲੱਗਦਾ ਕਿ ਉਹਦੇ ਵਿੱਚ ਕੁਝ ਫਰੂਟਫੁਲ ਜਿਹੜੇ ਰਿਜ਼ਲਟਸ ਨੇ ਆਏ ਨੇ? ਥੋੜੇ ਜਿਹੇ ਫਰੂਟਫੁਲ ਕਰੇ, ਜਿਵੇਂ ਰਿਕਵਰੀ ਦਾ ਆਸਪੈਕਟ ਹੈ ਉਹ ਠੀਕ ਹੈ, ਬਟ ਉਹ ਆਫੈਂਸ ਜਿਹੜੇ ਹੈ ਨਾ ਉਹ ਹਲਕੇ ਆਫੈਂਸ ਹੈ। ਜਿੱਥੇ ਇਨਵੈਸਟੀਗੇਸ਼ਨ ਪ੍ਰੋਪਰ ਸੱਟ ਮਾਰਨੀ ਚਾਹੀਦੀ ਸੀ ਉੱਥੇ ਇਨਵੈਸਟੀਗੇਸ਼ਨ ਏਜੰਸੀ ਮੂੰਹ ਨਹੀਂ ਕਰ ਰਹੀ, ਕਿਉਂਕਿ ਅਗਰ 328 ਨੂੰ ਨਹੀਂ ਪਕੜੋਗੇ ਕੇਸ ਡੈਮੇਜ ਹੋ ਗਿਆ। 328 ਇਹ ਕਹਿਣਾ ਹੈ ਕਿ ਕਿਸੇ ਵੀ ਬੰਦੇ ਨੂੰ ਤੁਸੀਂ ਡਰੱਗ ਦੇ ਰਹੇ ਹੋ, ਉਹਨੂੰ ਮਾਰ ਰਹੇ ਹੋ, ਜਾਂ ਡਰੱਗ ਦੇ ਕੇ ਅਲਿਓਰ ਕਰ ਰਹੇ ਹੋ, ਜਾਂ ਹੋਰ ਕਿਸੇ ਤਰ੍ਹਾਂ ਦਾ ਵੀ ਸਬਸਟੈਂਸ ਦੇ ਰਹੇ ਹੋ, ਬਲੱਡ ਸੈਂਪਲ ਜੋ 2 ਮਿੰਟ 'ਚ ਬਾਹਰ ਆ ਜਾਂਦਾ। ਤਾਂ ਇੰਨੇ 6-7 ਪੁਲਿਸ ਅਫਸਰ ਆ, ਦੇ ਡੋਂਟ ਨੋ ਕਿ ਵੀ ਇਨਵੈਸਟੀਗੇਸ਼ਨ ਕਿਵੇਂ ਕਰਨੀ ਹੈ। ਇਨਵੈਸਟੀਗੇਸ਼ਨ ਤੁਸੀਂ ਕਰੋਗੇ, ਤੁਸੀਂ ਸਾਇੰਟੀਫਿਕ ਤਰੀਕੇ ਨਾਲ ਕਰ ਲਓ। ਤੁਹਾਨੂੰ ਨਹੀਂ ਸਮਝ ਆਉਂਦੀ, ਕਿਸੇ ਸਿਆਣੇ ਇਨਵੈਸਟੀਗੇਸ਼ਨ ਆਫਿਸਰ ਨੂੰ ਬੁਲਾ ਲਓ, ਕ੍ਰਾਈਮ ਬ੍ਰਾਂਚ ਵਾਲਿਆਂ ਨੂੰ ਬੁਲਾ ਲਓ। ਤੁਸੀਂ ਇੱਕ ਦਿਨ ਵੀ ਐਫਐਸਐਲ ਵਾਲਿਆਂ ਨੂੰ ਬੁਲਾਇਆ, ਤੁਸੀਂ ਸੀਨ ਤੇ ਉਹਨਾਂ ਨੂੰ ਬੁਲਾਓ ਕੀ ਇੱਥੋਂ ਸਬਸਟੈਂਸ ਪਿਆ, ਕੌਣ ਕੀ ਹੈ। ਉਸ ਤੋਂ ਬਾਅਦ ਤੁਸੀਂ ਸਾਰਿਆਂ ਦੀ ਲੋਕੇਸ਼ਨ ਦੇਖੋ, ਕੌਣ ਕਿੱਥੇ ਸੀਗਾ ਉਸ ਦਿਨ। ਪਿਛਲੇ ਜਿੱਦਣ ਤੋਂ ਅਸੀਂ FIR ਪਾਈ ਹੈ 10 ਤੋਂ ਲੈ ਕੇ 17 ਤਰੀਕ ਤੱਕ ਕੌਣ ਕਿੱਥੇ ਸੀਗਾ, ਸਭ ਦੇ ਟਾਵਰ ਲੋਕੇਸ਼ਨ ਮਿਲ ਜਾਏਗੀ, ਸਭ ਦੀ ਪਤਾ ਲੱਗ ਜਾਏਗਾ ਕੌਣ ਕਿੱਥੇ ਹੈ। ਪਰ ਨਹੀਂ, ਉਹ ਹਾਲੇ ਤੱਕ ਕਲੈਕਟ ਨਹੀਂ ਕੀਤੀ ਹੈ। ਜਿਹੜੀ ਚੀਜ਼ ਕਲੈਕਟ ਨਹੀਂ ਕਰਨੀ ਉਹਦੇ ਨਾਲ ਐਵੀਡੈਂਸ ਖਰਾਬ ਹੋ ਜਾਂਦਾ। ਹੁਣ ਤੁਸੀਂ ਕੀ ਕਹੋਗੇ ਕਿ ਉਹ ਕੈਮਰੇ ਤੁਹਾਨੂੰ ਅਸਲੀ ਦੇ ਦੇਣਗੇ? ਅਗਰ ਹੁਣ ਪੁਲਿਸ ਕੈਮਰਾ ਰਿਕਵਰ ਕਰ ਵੀ ਲਏਗੀ ਤਾਂ ਉਹਦੀ ਕੀ ਵੈਲਿਊ ਰਹਿ ਗਈ ਹੈ? ਜਿਹੜੇ ਦੂਜੇ ਪਾਸੇ ਅਕਿਊਜ਼ਡ ਵੱਲੋਂ ਜਿਹੜੇ ਕਾਉਂਸਲਸ ਅਪੀਅਰ ਹੋਏ ਸੀਗੇ, ਅਰਸ਼ਦੀਪ ਸਿੰਘ ਕਲੇਰ, DS ਸੋਪਤੀ ਜੀ, HS ਧਨੋਆ ਜੀ, ਉਹਨਾਂ ਵੱਲੋਂ ਕੀ ਦਲੀਲਾਂ ਦਿੱਤੀਆਂ? ਕੰਟੈਂਸ਼ਨ ਇਹ ਸੀ ਕਿ ਜਿਹੜੇ ਡਾਕੂਮੈਂਟ ਇਹ ਮੰਗਦੇ ਆ ਅਸੀਂ ਕੋਰਟ 'ਚ ਦੇਣ ਨੂੰ ਤਿਆਰ ਆ, ਬਟ ਉਹ ਲੀਗਲੀ ਕੋਰਟ ਨੇ ਉਹਨਾਂ ਦੀ ਕੰਟੈਂਸ਼ਨ ਰਿਜੈਕਟ ਕਰਤੀ ਕਿ ਤੁਸੀਂ ਇਸ ਤਰ੍ਹਾਂ ਕੋਰਟ 'ਚ ਡਾਕੂਮੈਂਟ ਨਹੀਂ ਦੇ ਸਕਦੇ। ਅਕਿਊਜ਼ ਨੇ ਬੰਨਿਆ ਮੇਰੇ ਪੋਜੀਸ਼ਨ 'ਚ ਹੈ, ਤੁਸੀਂ ਉਹਦੇ ਪੋਜੀਸ਼ਨ 'ਚੋਂ ਲੈ ਕੇ ਕੋਰਟ 'ਚ ਹੈਂਡ ਓਵਰ ਕਰ ਰਹੇ ਹੋ, ਦਿਸ ਇਜ਼ ਨਾਟ ਦੀ ਪ੍ਰੋਸੀਜਰ ਟੂ ਇਨਵੈਸਟੀਗੇਟ ਦੀ ਮੈਟਰ। ਉਹ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਕੰਟੈਂਸ਼ਨ ਰਿਜੈਕਟ ਕਰ ਦਿੱਤੀ ਹੈ, ਤੇ ਉਹਨਾਂ ਨੇ ਕਿਹਾ ਕਿ 3 ਦਿਨ ਦਾ ਰਿਮਾਂਡ ਦਿੱਤਾ ਕਿ 3 ਦਿਨਾਂ 'ਚ ਤੁਸੀਂ ਉਹਨਾਂ ਦੇ ਡਾਕੂਮੈਂਟ ਰਿਕਵਰ ਕਰੋ, ਜਾਂ ਹੋਰ ਵੀ ਜੋ ਕੋਈ ਪੁੱਛ ਕਰਨੀ ਹੈ ਪੂਰੀ ਕਰੋ, ਤੇ ਉਸ ਤੋਂ ਬਾਅਦ ਦੁਬਾਰਾ ਫਿਰ ਇਸ 'ਤੇ ਬਹਿਸ ਹੋਏਗੀ ਕਿ ਫਰਦਰ ਕੋਈ ਡਾਕੂਮੈਂਟ ਹੋਇਆ। ਸਪੋਜ਼ ਆ 3 ਦਿਨ ਦੇ ਇਨਵੈਸਟੀਗੇਸ਼ਨ 'ਚ ਕੋਈ ਨਾਰਕੋਟਿਕ ਨਿਕਲ ਗਿਆ ਇਸ ਬੰਦੇ ਤੋਂ, ਕੁਛ ਇਹੋ ਜਿਹੀਆਂ ਪੌਰਨ ਸੀਡੀਜ਼ ਨਿਕਲ ਗਈਆਂ ਜਿਨ੍ਹਾਂ ਨਾਲ ਕੁੜੀਆਂ ਨੂੰ ਬਲੈਕ ਕਰਦੇ ਸੀ, ਜਾਂ ਕੁਛ ਐਸਾ ਸਬਸਟੈਂਸ ਸਾਹਮਣੇ ਆ ਗਿਆ, ਕੋਈ ਐਵੀਡੈਂਸ ਆ ਗਿਆ, ਫਿਰ ਦੁਬਾਰਾ ਇਨਵੈਸਟੀਗੇਸ਼ਨ ਮੰਗੇਗੀ ਰਿਮਾਂਡ, ਫਿਰ ਕੋਰਟ ਨੂੰ ਫਿਰ ਦੇਣਾ ਪਏਗਾ। ਪਰ ਸਾਡੇ ਕੋਲ ਕੰਕਰੀਟ ਐਵੀਡੈਂਸ ਹੋਣਾ ਚਾਹੀਦਾ ਕਿ ਅਸੀਂ ਰਿਮਾਂਡ ਕਿਸ ਚੀਜ਼ ਤੇ ਲੈਣਾ। ਜੇ ਪੁਲਿਸ ਐਵੇਂ ਵੇਗ ਐਪਲੀਕੇਸ਼ਨ ਲਾਉਂਦੀ ਹੈ ਤਾਂ ਮੈਂ ਵੀ ਉਹਨੂੰ ਸਪੋਰਟ ਨਹੀਂ ਕਰੂੰਗਾ। ਇੱਕ ਪ੍ਰੋਪਰ ਤਰੀਕੇ ਨਾਲ ਐਵੀਡੈਂਸ ਐਪਲੀਕੇਸ਼ਨ ਆਉਣੀ ਚਾਹੀਦੀ ਹੈ ਕਿ ਸਾਡੇ ਕੋਲੇ ਆਹ ਐਵੀਡੈਂਸ ਆ ਗਿਆ, ਸਾਨੂੰ ਇਸ ਐਵੀਡੈਂਸ ਨੂੰ ਕਨੈਕਟ ਕਰਨ ਵਾਸਤੇ ਆਹ ਐਵੀਡੈਂਸ ਹੋਰ ਚਾਹੀਦਾ, ਜਾਂ ਇਹਨੂੰ ਅਸੀਂ ਹੋਰ ਇੰਟੈਰੋਗੇਟ ਕਰਨਾ। ਉਹੋ ਜੀ ਪੁਲਿਸ ਵੱਲੋਂ ਕੁਝ ਆ ਨਹੀਂ ਰਿਹਾ, ਤੇ ਆਈ ਐਮ ਨਾਟ ਸੈਟਿਸਫਾਈਡ ਵਿਦ ਦੀ ਇਨਵੈਸਟੀਗੇਸ਼ਨ ਐਟ ਆਲ। ਹਾਂ, ਇੱਕ ਮੈਂ SSP ਦੀ ਤਾਰੀਫ ਕਰੂੰਗਾ ਕਿ ਥੋੜ੍ਹਾ ਜਿਹਾ ਸਪੀਡ ਅਪ ਕੀਤਾ ਇਹਨਾਂ ਨੇ, ਅਰੈਸਟ ਕੀਤਾ, ਬਟ ਸਟਿਲ ਪ੍ਰੋਗਰੈਸ ਤੇ ਨਹੀਂ ਹੈ ਕੋਈ ਇਨਵੈਸਟੀਗੇਸ਼ਨ। ਹੁਣ ਜਿਹੜਾ 3 ਦਿਨ ਦਾ ਰਿਮਾਂਡ ਐਕਸਟੈਂਡ ਹੋਇਆ ਜੀ, ਇਹ ਉਹਦੇ 'ਚ ਕਿਹਾ ਗਿਆ ਵੀ ਦਿੱਲੀ ਲੈ ਕੇ ਜਾਣਗੇ, ਉੱਥੇ ਪੁੱਛਗਿੱਛ ਕਰਨਗੇ। ਕੀ ਲੱਗਦਾ ਵੀ ਉਹਦੇ ਵਿੱਚ ਹੋਰ ਕੋਈ ਗੱਲ ਸਾਹਮਣੇ ਆ ਸਕਦੀ? ਇਨਵੈਸਟੀਗੇਸ਼ਨ 'ਚ ਅਗਰ ਉਹ ਜਦੋਂ ਡਰਿਲ ਕਰਦੇ ਆ ਇਨਵੈਸਟੀਗੇਸ਼ਨ ਆਫੀਸਰ, ਤਾਂ ਉਹਦੇ 'ਚ ਕੁਝ ਵੀ ਸਾਹਮਣੇ ਆ ਸਕਦਾ। ਉਹ ਮੰਨ ਸਕਦਾ ਕਿ ਕਿਹੜੇ ਬੱਚੇ ਉਹਦੇ ਕੋਲੇ ਆਉਂਦੇ ਸੀ, ਕੌਣ ਬੱਚਿਆਂ ਨੂੰ ਲੈ ਕੇ ਆਉਂਦਾ ਸੀ, ਉਹ ਸਾਰਾ ਕੁਝ ਬਣ ਸਕਦਾ। ਪਰ ਉਹ ਇਨਵੈਸਟੀਗੇਸ਼ਨ ਆਫੀਸਰ ਉਹਨੂੰ ਪੁੱਛਣ ਤਾਂ ਸਹੀ, ਉਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੋਈ ਕਰੇ ਤਾਂ ਸੀ। ਕੌਣ ਲਿਜਾਂਦਾ ਸੀ? ਨੈਂਸੀ ਸੀ, ਨਿਹਾਰਿਕਾ ਸੀ, ਭੁਪਿੰਦਰ ਸੀ, ਕੌਣ ਸੀ? ਇਹ ਤਾਂ ਇਨਵੈਸਟੀਗੇਸ਼ਨ ਏਜੰਸੀ ਨੇ ਪੁੱਛਣਾ ਉਹਨੂੰ। ਉਹ ਇੰਟੈਰੋਗੇਟ ਕਰਨਗੇ, ਜੋ ਮੰਨਦਾ ਤਾਂ ਫਿਰ ਇਨਵੈਸਟੀਗੇਸ਼ਨ ਹੋਰ ਤਰੀਕੇ ਨਾਲ ਚੱਲੇਗੀ। ਤਾਂ ਫਿਰ ਉਹ ਜਿਹੜੇ ਬੰਦੇ ਬਾਈ ਉਹ ਆਂਦਾ ਉਹਦਾ ਕਨਫੈਸ਼ਨ, ਤਾਂ ਹੋਰ ਬੰਦਿਆਂ ਦਾ ਨਾਮ ਹੀ ਇਨਕਲੂਡ ਹੋ ਸਕਦਾ। ਉਹਨਾਂ ਬਾਰੇ ਤਾਂ ਜੀ ਉਹ ਪਹਿਲਾਂ ਹੀ ਕਹਿ ਰਹੇ ਨੇ ਵੀ ਉਹਨਾਂ ਨਾਲ ਸਾਡਾ ਕੋਈ ਲਿੰਕ ਨਹੀਂਗਾ। ਉਹ ਪਹਿਲਾਂ ਵੀ ਕਹਿੰਦੇ ਸੀ ਕਿ ਨਾ ਤਾਂ ਮੈਨੂੰ ਐਂਟੀਸਪੇਟਰੀ ਬੇਲ ਫਾਈਲ ਕਰਨ ਦੀ ਲੋੜ ਹੈ, ਕਿਉਂਕਿ ਅਸੀਂ ਸੱਚੇ ਹਾਂ, ਅਸੀਂ ਕੋਈ ਗੁਨਾਹ ਨਹੀਂ ਕੀਤਾ, ਤੇ ਅਸੀਂ ਸਾਡੇ ਤੋਂ ਪਹਿਲਾਂ ਵੀ ਪੁੱਛਗਿੱਛ ਜਿਹੜੀ ਹੁੰਦੀ ਰਹੀ ਹੈ, ਅਸੀਂ ਸ਼ਰੇਆਮ ਜੋ ਸਾਨੂੰ ਪੁੱਛਿਆ ਅਸੀਂ ਜਵਾਬ ਦਿੱਤੇ ਨੇ, ਤੇ ਸਾਡਾ ਕੋਈ ਕਨੈਕਸ਼ਨ ਨਹੀਂ। ਈਵਨ ਕਿ ਉਦੋਂ ਇਹ ਵੀ ਕਹਿ ਰਹੇ ਸੀ ਕਿ ਜਿਹੜਾ ਮਿਸ ਪੰਜਾਬਣ ਦਾ ਰੌਲਾ ਪੈ ਰਿਹਾ, ਮਿਸ ਪੰਜਾਬਣ ਨਾਮ ਦਾ ਵੀ ਸਾਡਾ ਸ਼ੋਅ ਨਹੀਂਗਾ। ਤੇ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਅੱਜ ਉਹ ਕੋਰਟ 'ਚ ਰਵਿੰਦਰ ਨਾਰਾਇਣ ਜੀ ਅਪੀਅਰ ਹੋਏ ਆ, ਉਸ ਆਪ ਉਹ ਕੁਝ ਬੋਲੇ? ਉਹ ਹਾਂ, ਉਹ ਬੋਲੇ ਕਿ ਮੈਂ ਮੰਨਿਆ ਮੇਰੇ ਕੋਲੇ ਡਾਕੂਮੈਂਟ ਹੈ, ਉਹਨੇ ਐਡਮਿਟ ਕੀਤਾ ਮੇਰੇ ਕੋਲੇ ਡਾਕੂਮੈਂਟ ਹੈਗੇ ਆ। ਤਾਂ ਦੇਖੋ, ਐਡਮਿਟ ਕਰਨਾ ਹੀ ਬਹੁਤ ਵੱਡੀ ਗੱਲ ਹੈ। ਡਾਕੂਮੈਂਟ ਉਹਦੇ ਕੋਲ ਐਡਮਿਟ ਹੈ, ਹੋਰ ਚੀਜ਼ਾਂ ਕੀ ਐਡਮਿਟ ਕਰੂਗਾ? ਇੰਟੈਰੋਗੇਸ਼ਨ ਦਾ ਪਾਰਟ ਹੈ। ਉਹ ਇੰਟੈਰੋਗੇਸ਼ਨ ਦੀ ਗੱਲ ਬਾਹਰ ਨਹੀਂ ਆਉਣੀ ਚਾਹੀਦੀ। ਅੱਜ ਬੜਾ ਮੈਨੂੰ ਸ਼ੌਕ ਲੱਗਿਆ ਕਿ ਜਿਹੜਾ ਰਿਮਾਂਡ ਪੇਪਰ 'ਚ ਰਿਮਾਂਡ ਮੰਗਿਆ ਗਿਆ ਸੀਗਾ ਕਿ ਡਾਕੂਮੈਂਟ ਰਿਕਵਰ ਕਰਨੇ ਆ, ਤਾਂ ਅਕਿਊਜ਼ ਦੇ ਕੌਂਸਲ ਨੂੰ ਇਹ ਗੱਲ ਪਤਾ ਸੀ ਕਿ ਡਾਕੂਮੈਂਟ ਮੰਗੇ ਨੇ, ਅਸੀਂ ਡਾਕੂਮੈਂਟ ਕੋਰਟ 'ਚ ਜਾ ਕੇ ਦੇ ਦਈਏ ਜਸਟ ਟੂ ਡਿਸਟਰੋਏ ਦੀ ਕੇਸ। ਇਟ ਮੀਨਸ ਕਿਤੇ ਨਾ ਕਿਤੇ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ ਉਹਨਾਂ ਦੇ ਪਾਰਟ 'ਤੇ ਗਲਤੀ ਹੈ ਕਿ ਉਹਨਾਂ ਦੀ ਇਨਫੋਰਮੇਸ਼ਨ ਲੀਕ ਹੋ ਰਹੀ ਹੈ।
ਇਹ ਇਨਵੈਸਟੀਗੇਸ਼ਨ ਏਜੰਸੀ ਦਾ ਧਰਮ ਨਹੀਂ ਹੈ ਕਿ ਉਹ ਅਕਿਊਜ਼ ਦੇ ਕਿਸੇ ਕੌਂਸਲ ਨੂੰ ਜਾਂ ਅਕਿਊਜ਼ ਨੂੰ ਦੀ ਇਨਫੋਰਮੇਸ਼ਨ ਕਿਸੇ ਨੂੰ ਲੀਕ ਕਰ। ਇਹ ਤਾਂ ਤੁਹਾਨੂੰ ਲੱਗ ਰਿਹਾ ਜੀ ਕੇਸ ਬਹੁਤ ਵੱਡੇ ਪ੍ਰੈਸ਼ਰ ਹੇਠ ਚੱਲ ਰਿਹਾ? ਬਹੁਤ ਵੱਡੇ ਪ੍ਰੈਸ਼ਰ ਥੱਲੇ ਚੱਲ ਰਿਹਾ ਹੈ। ਉਹ ਕਾਰਪੋਰੇਟ ਘਰਾਣੇ ਜਿਹੜੇ ਆ ਨਾ, ਇਹਨਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ, ਪਰ ਫਿਰ ਵੀ ਮਤਲਬ ਇਹਨੂੰ ਅਰੈਸਟ ਕਰਨਾ ਜਿਹੜੀ ਹੈ ਨਾ, ਉਹ ਬਹੁਤ ਵੱਡੀ ਗੱਲ ਹੈ। ਪਰ ਕਾਰਪੋਰੇਟ ਘਰਾਣੇ ਦਾ ਹਰ ਤਰੀਕੇ ਨਾਲ ਪ੍ਰੈਸ਼ਰ ਹੁੰਦਾ ਹੈ। ਉਹ ਪ੍ਰੈਸ਼ਰ ਕੌਣ ਚੱਲਦਾ ਹੈ, ਕੌਣ ਨਹੀਂ ਚੱਲਦਾ, ਇਹ ਅਲੱਗ-ਅਲੱਗ ਬੰਦਿਆਂ ਤੇ ਡਿਪੈਂਡ ਕਰਦਾ। ਹੋ ਸਕਦਾ ਇਸ 'ਚ ਬਹੁਤ ਵੱਡੇ ਹੋਰ ਬੰਦੇ ਵੀ ਹੋਣ, ਇਸ ਕਰਕੇ ਪ੍ਰੈਸ਼ਰ ਜ਼ਿਆਦਾ ਬਿਲਟ ਅਪ ਹੋ ਗਿਆ ਤੇ ਉਹਨੂੰ ਤੋੜਨਾ ਦੇਖੋ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੈ। ਇੱਕ ਵਧੀਆ ਇਨਵੈਸਟੀਗੇਸ਼ਨ ਆਫੀਸਰ ਹੈ ਨਾ, ਉਹ ਇੱਕ ਜਿਮਨੀ ਪਾ ਦੇ ਨਾ, ਇੱਕ ਜਿਮਨੀ ਸਿੰਪਲ ਕਿ ਫਲਾਨਾ ਬੰਦਾ ਇਨਵੋਲਡ ਆ, ਆਈ ਐਮ ਸੈਟੀਸਫਾਈਡ, 2 ਮਿੰਟ 'ਚ ਅਰੈਸਟ ਵਾਰੰਟ ਲੈ ਕੇ ਨਿਕਲ ਸਕਦਾ ਉਹਨੂੰ ਪਕੜਨ ਵਾਸਤੇ। ਬਟ ਉਹ ਦੇ ਆਰ ਨਾਟ ਡੂਇੰਗ ਐਨੀਥਿੰਗ। ਇਨਵੈਸਟੀਗੇਸ਼ਨ ਏਜੰਸੀ ਇੰਨੀ ਕਿ ਸਲੋ ਹੈ, ਸੋਚ ਹੀ ਨਹੀਂ ਸਕਦੇ। ਜਿਨ੍ਹਾਂ ਨੇ ਐਵੀਡੈਂਸ ਹੀ ਡਿਸਟਰੋਏ ਕਰਾਤਾ, ਉਹ ਕਿੱਥੋਂ ਰਿਕਵਰ ਕਰ ਲੈਣਗੇ, ਕਿਵੇਂ ਰਿਕਵਰ ਕਰ ਲੈਣਗੇ? ਤੁਸੀਂ ਦੱਸੋ। ਤੁਹਾਡਾ ਮੈਡੀਕਲ ਹੋ ਸਕਦਾ ਮਹੀਨੇ ਬਾਅਦ? ਹਾਲਾਂਕਿ ਮੈਂ ਇਨਵੈਸਟੀਗੇਟ ਕਰ ਰਿਹਾ, ਇਹਦੇ ਬਾਰੇ ਇਨਕੁਆਇਰੀ ਕਰ ਰਿਹਾ ਵੀ ਕੋਈ ਇਹੋ ਜਿਹਾ ਮੈਡੀਕਲ ਸਾਇੰਸ 'ਚ ਕੋਈ ਇਹੋ ਜਿਹਾ ਪ੍ਰੋਸੀਜਰ ਹੈ ਜਿਹੜਾ ਮਹੀਨੇ 2 ਮਹੀਨੇ ਤੱਕ ਵੀ ਮਤਲਬ ਪਤਾ ਲੱਗ ਜਾਏ ਕਿ ਇਸ ਬੰਦੇ ਨੇ ਕੀ ਸਬਸਟੈਂਸ ਲਿਆ। ਤੇ ਅਗਰ ਉਹ ਹੋਵੇ ਤਾਂ ਅਸੀਂ ਐਪਲੀਕੇਸ਼ਨ ਲਾਵਾਂਗੇ ਕੋਰਟ 'ਚ ਕਿ ਸਾਡਾ ਮੈਡੀਕਲ ਕਰਾਇਆ ਜਾਏ, ਸਾਨੂੰ ਕੀ ਦਿੱਤਾ ਸੀ ਇਹਨਾਂ ਨੇ। ਪੁਲਿਸ ਦਾ ਕੋਈ ਅੱਜ ਇਹਦੇ ਬਾਰੇ ਕੋਈ ਸੀਗੀ ਸਟੇਟਮੈਂਟ? ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਇਹ ਲੱਗ ਰਿਹਾ, ਜੋ ਸੁਣਨ ਚ ਆਇਆ ਵੀ ਜਿਹੜੇ ਬਾਕੀ ਅਕਿਊਜ਼ਡ ਨੇ ਹੋਰ, ਉਹ ਸ਼ਾਇਦ ਮਤਲਬ ਬਾਹਰਲੀ ਕੰਟਰੀਜ਼ ਦੇ ਵਿੱਚ ਚਲੇ ਗਏ ਨੇ। ਇਨਫੋਰਮੇਸ਼ਨ ਆਈ ਹੈ ਕਿ ਬਾਹਰਲੇ ਪੁਲਿਸ ਵੱਲੋਂ ਕੁਝ ਇਸ ਤੇ ਸਟੇਟਮੈਂਟ ਦਿੱਤੀ ਕਿ ਬਾਕੀ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਕਿਉਂ ਨਹੀਂ ਅਰੈਸਟ ਕੀਤਾ ਜਾ ਰਿਹਾ, ਕੋਈ ਐਫਰਟਸ ਲਾਏ ਜਾ ਰਹੇ ਨੇ, ਉਹਨਾਂ ਦੇ ਕੋਈ ਟਿਕਾਣਿਆਂ ਤੇ ਕੋਈ ਰੇਡ ਕੀਤੀ ਗਈ ਹੋਵੇ, ਕੋਈ ਚਾਹੇ ਨਿਹਾਰਿਕਾ, ਨੈਂਸੀ ਘੁੰਮਣ, ਭੁਪਿੰਦਰ ਸਿੰਘ ਨੇ, ਕੋਈ ਉਹਨਾਂ ਬਾਰੇ ਗੱਲ ਕੀਤੀ ਪੁਲਿਸ ਨੇ ਅੱਜ? ਨਹੀਂ, ਪੁਲਿਸ ਨੇ ਕੀਤੀ ਹੈ ਗੱਲ ਕਿ ਅਸੀਂ ਬਾਕੀ ਅਕਿਊਜ਼ ਨੂੰ ਵੀ ਇਹਨਾਂ ਬਾਰੇ ਪਤਾ ਕਰ ਰਹੇ ਹਾਂ, ਬਟ ਇਹ ਬੰਦਾ ਦੱਸ ਨਹੀਂ ਰਿਹਾ ਕੌਣ ਕਿੱਥੇ ਹੈ, ਤੇ ਅਸੀਂ ਉਹਨਾਂ ਬਾਰੇ ਇਹਨੂੰ ਅਰੈਸਟ ਕਰਨਾ ਹੈ, ਇਸ ਕਰਕੇ ਉਹ ਗੱਲ ਮੈਂਸ਼ਨ ਕੀਤੀ ਹੋਈ ਹੈ ਉਹਨਾਂ ਨੇ। ਇੱਕ ਤੁਸੀਂ ਸੈਕਸ਼ਨਸ ਦੀ ਗੱਲ ਕਰ ਰਹੇ ਹੋ, ਪਹਿਲਾਂ ਵੀ ਤੁਸੀਂ ਕੀਤਾ ਸੀਗਾ ਕਿ ਹੋਰ ਐਡ ਹੋ ਸਕਦੇ ਨੇ, ਜਿਵੇਂ ਤੁਸੀਂ 328 ਦਾ ਜ਼ਿਕਰ ਕਰ ਰਹੇ ਸੀਗੇ। ਇੱਕ ਜੀ ਐਲੀਗੇਸ਼ਨਸ ਜਿਹੜੇ ਨੇ ਉਹਦੇ ਵਿੱਚ ਡਰੱਗ ਦੀ ਬੜੀ ਗੱਲ ਹੈ ਵਾਰ-ਵਾਰ, ਜਿਹੜੇ ਉਹ ਐਨਡੀਪੀਐਸ ਦਾ ਰੋਲ ਕੀ ਲੱਗਦਾ? ਐਨਡੀਪੀਐਸ ਦੇਖੋ, ਤੁਸੀਂ ਓਪੀਐਮ ਖਾ ਲਈ ਤਾਂ ਤੁਹਾਡੇ ਬਲੱਡ 'ਚ ਆ ਗਈ, ਤੁਹਾਨੂੰ ਹੀਰੋਇਨ ਦਿੱਤੀ ਤੁਹਾਡੇ ਬਲੱਡ 'ਚ ਆ ਗਈ, ਟੈਸਟ ਕਰੋਗੇ ਆ ਜਾਏਗੀ। ਹੁਣ ਮੇਰੀ ਕੰਟੈਂਸ਼ਨ ਸਿਰਫ ਇਹੀ ਹੈ, ਕੰਸਰਨ ਵੀ ਇਹੀ ਹੈ ਕਿ ਵਾਰ-ਵਾਰ ਉਹ ਕੁੜੀ ਕਹਿ ਰਹੀ ਸੀ ਮੈਨੂੰ ਬੇਹੋਸ਼ ਹੋ ਰਹੀ ਸੀ, ਮੈਂ ਉਹ ਪਾਣੀ ਪੀਂਦੇ ਮੈਨੂੰ ਕੋਈ ਪ੍ਰੋਬਲਮ ਹੁੰਦੀ ਸੀ ਤੇ ਮੈਂ ਬੋਟਲ ਦੇਤੀ, ਉਸ ਦੇ ਬਾਵਜੂਦ ਇਹਨਾਂ ਨੇ ਬੋਟਲ CFSL ਨੂੰ ਨਹੀਂ ਭੇਜਣੀ ਚਾਹੀਦੀ ਸੀ ਨਾ। ਉਹ ਕੁੜੀ ਦਾ ਮੈਡੀਕਲ ਕਰਾਉਣਾ ਚਾਹੀਦਾ ਸੀ, ਉਹਦੇ ਤੋਂ ਪਤਾ ਲੱਗ ਜਾਂਦਾ ਸਿੰਪਲ ਵੀ ਕਿਹੜੀ ਡਰੱਗ ਦਿੱਤੀ ਹੈ। ਜੇ ਉਹ ਡਰੱਗ NDPS ਐਕਟ ਦੇ ਅੰਦਰ ਫਾਲ ਕਰਦੀ ਹੈ, ਉਹ ਡਰੱਗ ਹੈਗੀ ਹੈ, ਤਾਂ NDPS ਐਕਟ ਦੇ ਅੰਦਰ ਇਹਨਾਂ ਦੇ ਖਿਲਾਫ FIR ਹੋਣੀ ਚਾਹੀਦੀ ਸੀ, ਉਹ ਸੈਕਸ਼ਨ ਐਡ ਕਰਨਾ ਚਾਹੀਦਾ ਸੀ। ਬਟ ਪੁਲਿਸ ਉਸ ਸਾਈਡ ਨੂੰ ਸੋਚਦੀ ਨਹੀਂ, ਉਹਨਾਂ ਨੂੰ ਉਹ ਇਸ ਸਾਈਡ ਨੂੰ ਜਾ ਹੀ ਨਹੀਂ ਰਹੇ। ਹੁਣ ਉਹ ਸਾਈਡ ਨੂੰ ਇਗਨੋਰ ਕਰਕੇ ਪੁਲਿਸ ਬਿਲਕੁਲ ਇਨਵੈਸਟੀਗੇਸ਼ਨ ਨੂੰ ਸਲੋ ਕਰ ਦਿੱਤਾ ਹੈ। ਉਹ ਇਨਵੈਸਟੀਗੇਸ਼ਨ ਜਿੰਨਾ ਸਲੋ ਹੋਈ ਜਾਏਗੀ ਉਨਾ ਹੀ ਇਸ ਕੇਸ ਦਾ ਪ੍ਰੈਸ਼ਰ ਘਟਦਾ ਜਾਏਗਾ। ਹਾਲਾਂਕਿ 2 ਮਿੰਟ ਦਾ ਕੰਮ ਆ, ਪੁਲਿਸ ਨੂੰ ਪਤਾ ਹੈ ਕੌਣ ਕਿੱਥੇ ਬੈਠਾ ਹੈ, ਬਟ ਦੇ ਆਰ ਨਾਟ ਗੋਇੰਗ ਟੂ ਅਰੈਸਟ। ਕਿਉਂ ਨਹੀਂ ਕਰ ਰਹੇ? ਕਾਰਪੋਰੇਟ ਘਰਾਣੇ ਦਾ ਪ੍ਰੈਸ਼ਰ ਹੈ, ਜਾਂ ਇਸ ਸਾਰੇ ਐਪੀਸੋਡ ਦੇ ਥੱਲੇ ਹੋਰ ਕੋਈ ਬਹੁਤ ਵੱਡੇ ਬੰਦੇ ਵੀ ਹੋ ਸਕਦੇ ਨੇ। ਆਈ ਐਮ ਨੋਟ ਸ਼ੋਰ ਕਿ ਕੌਣ ਬੰਦੇ ਨੇ, ਹੋ ਸਕਦੇ ਨੇ, ਪਰ ਉਹ ਉਹਨਾਂ ਦਾ ਪ੍ਰੈਸ਼ਰ ਹੋ ਸਕਦਾ ਹੈ, ਵੱਡੇ ਘਰਾਣਿਆਂ ਦਾ ਪ੍ਰੈਸ਼ਰ ਹੋ ਸਕਦਾ। ਉਹ ਪ੍ਰੈਸ਼ਰ ਨੂੰ ਚੱਲਣ ਵਾਸਤੇ ਇਨਵੈਸਟੀਗੇਸ਼ਨ ਏਜੰਸੀ ਤਿਆਰ ਨਹੀਂ ਹੋਣੀ, ਇਸ ਕਰਕੇ ਸਲੋ ਹੋ ਗਿਆ। ਇਹ ਕੰਪਲੇਨੈਂਟ ਦੇ ਵੀ ਪਿਛਲੇ ਦਿਨੀ ਬਿਆਨ ਹੋਏ ਨੇ 164 ਦੇ, SSP ਕੋਲ ਉਹ ਗਏ ਸੀਗੇ, ਕੀ ਕੋਈ ਗੱਲਬਾਤ ਹੋਈ ਤੇ ਉਹਨਾਂ ਨੇ ਕੀ ਦੱਸਿਆ ਤੁਹਾਨੂੰ? ਮੈਂ ਤੁਹਾਨੂੰ ਦੱਸਦਾ, ਬੜੀ ਅੱਛੀ ਗੱਲ ਹੈ ਕਿ SSP ਨੇ ਅਗਰੀਵਡ ਕੁੜੀ ਨੂੰ ਬੁਲਾਇਆ ਆਪਦੇ ਕੋਲੇ, ਉਹ ਫਾਦਰ ਔਰ ਉਹ ਦੋਨੋਂ ਜਣੇ ਗਏ ਔਰ 2-3 ਘੰਟੇ ਤੱਕ ਉਹਨੂੰ ਇੰਟਰੋਗੇਟ ਕੀਤਾ, ਅੱਛੇ ਤਰੀਕੇ ਨਾਲ ਇਨਕੁਆਇਰੀ ਕੀਤੀ। SSP ਨੇ ਕੁੰਡੀ ਬੰਦ ਕਰਕੇ ਆਰਾਮ ਨਾਲ ਫਾਦਰ ਨੂੰ ਤੇ ਉਹਨਾਂ ਦੋਨੋਂ ਨੂੰ ਬਿਠਾ ਕੇ ਔਰ ਬਹੁਤ ਅੱਛੇ ਤਰੀਕੇ ਨਾਲ ਉਹਦੇ ਨਾਲ ਗੱਲ ਕੀਤੀ। ਹੀ ਇਜ਼ ਦੀ ਓਨਲੀ ਪਰਸਨ ਜਿਹਨੇ ਇਹ ਬੰਦਾ ਅਰੈਸਟ ਕਰਾਇਆ। SSP ਇਜ਼ ਦੀ ਓਨਲੀ ਪਰਸਨ ਜਿਹਨੇ ਇਹ ਇਨੀਸ਼ੀਏਟ ਲਿਆ। ਉਹ ਫਾਦਰ ਦੀ ਤੇ ਉਹ ਕੁੜੀ ਦੀ ਦੋਨਾਂ ਦੀ ਗੱਲ ਸੁਣੀ ਹੈ, ਉਸ ਤੋਂ ਬਾਅਦ ਸੈਟੀਸਫਾਈਡ ਹੋਇਆ, ਦੈਨ ਇਹ ਬੰਦੇ ਦੀ ਅਰੈਸਟ ਹੋਈ ਹੈ। ਥੱਲੇ ਵਾਲੇ ਜਿੰਨੇ ਵੀ ਆਫੀਸਰ ਨੇ, ਦੇ ਆਰ ਨਾਟ ਡੂਇੰਗ ਦੇਅਰ ਡਿਊਟੀ ਐਜ਼ ਪਰ ਇਨਵੈਸਟੀਗੇਸ਼ਨ ਪ੍ਰੋਸੈਸ। ਉਹਨਾਂ ਨੂੰ ਇਨਵੈਸਟੀਗੇਸ਼ਨ ਜਾਂ ਕਰਨੀ ਨਹੀਂ ਆਉਂਦੀ, ਜਾਂ ਉਹ ਕਹਿੰਦੇ ਵੀ ਮਚਲਾ ਹੋ ਜਾਣਾ, ਮਚਲੇ ਹੋਏ ਆ, ਜਾਂ ਕੋਈ ਐਸਾ ਪ੍ਰੋਸੈਸ ਹੈ ਜਿਹਨੂੰ ਅਸੀਂ ਝੇਲਣ ਲਈ ਤਿਆਰ ਨਹੀਂ ਹੈ। ਇਹ ਗੱਲ ਬਿਆਨਾਂ ਦੇ ਵਿੱਚ ਕੀ ਕਿਹਾ ਜੀ ਕੰਪਲੇਨੈਂਟ? 164 ਦੇ ਬਿਆਨ ਹੋ ਗਏ ਨੇ ਅਗਰੀਵਡ ਦੇ, ਬਹੁਤ ਅੱਛਾ ਲਿਖਿਆ ਉਹਨੇ ਮੈਨੂੰ ਜੋ ਦੱਸਿਆ, ਕਿਉਂਕਿ 164 ਦੇ ਬਿਆਨ ਬਾਹਰ ਨਹੀਂ ਆਉਂਦੇ, ਸੀਲ ਹੋ ਜਾਂਦੇ ਆ, ਬਟ ਵਰਬਲੀ ਉਹਨੇ ਮੈਨੂੰ ਇਹ ਦੱਸਿਆ ਕਿ ਉਹਨੇ ਕੋਰਟ ਨੂੰ ਕਿਹਾ ਕਿ ਪੁਲਿਸ ਇਨਵੈਸਟੀਗੇਸ਼ਨ ਨਹੀਂ ਕਰ ਰਹੀ, ਪੁਲਿਸ ਨੇ ਮੇਰਾ ਮੈਡੀਕਲ ਨਹੀਂ ਕਰਾਇਆ,
ਪੁਲਿਸ ਨੇ ਟੈਸਟ ਆਇਡੈਂਟੀਫਿਕੇਸ਼ਨ ਪਰੇਡ ਨਹੀਂ ਕਰਾਈ ਕਿ ਕਿਹੜੇ ਕਿਹੜੇ ਬੰਦੇ ਆ ਉੱਥੇ, ਜਿਹੜੇ ਬੰਦੇ ਸੀ ਅੱਜ ਤੱਕ ਇਹ ਚੌਥੇ ਤਿੰਨੋਂ ਗੱਲਾਂ ਨਹੀਂ ਹੋਈਆਂ। ਚੌਥਾ CFSL ਟੀਮ ਨਹੀਂ ਬੁਲਾਈ, ਬੋਤਲ ਨਹੀਂ ਭੇਜੀ ਉਹਨਾਂ ਨੇ ਜਿਹਦੇ 'ਚ ਪਾਣੀ ਸੀ, ਉਹ ਨਹੀਂ ਆ। ਉਹ ਸਾਰੀਆਂ ਗੱਲਾਂ 164 ਦੇ ਬਿਆਨ 'ਚ ਉਹਨੇ ਦਰਜ ਕਰਾਈਆਂ, ਮੈਨੂੰ ਦੱਸਿਆ ਕੰਪਲੇਨੈਂਟ ਨੇ। ਐਜ਼ ਪਰ ਹਰ ਵਰਜ਼ਨ ਮੈਂ ਸਟੇਟ ਕਰ ਰਿਹਾ, ਆਪਣਾ ਵਰਜ਼ਨ ਨਹੀਂ ਹੈ ਮੇਰਾ, ਕੰਪਲੇਨੈਂਟ ਦਾ ਵਰਜ਼ਨ ਹੈ। ਉਹਨੇ ਮੈਨੂੰ ਦੱਸਿਆ ਕਿ ਮੈਂ 164 ਦੇ ਬਿਆਨ 'ਚ ਇਹ ਲਿਖ ਕੇ ਦਿੱਤਾ। ਉਹ 164 ਦਾ ਬਿਆਨ ਫਿਰ ਕੋਰਟ ਦੇ ਵਿੱਚ ਸੀਲ ਹੋ ਜਾਂਦਾ, ਸਾਡੇ ਕੋਲ ਇਹਦੀ ਕਾਪੀ ਨਹੀਂ ਹੁੰਦੀ, ਤੇ ਇਸ ਕਰਕੇ ਇਸ ਤੋਂ ਜ਼ਿਆਦਾ ਮੈਂ ਬੋਲ ਨਹੀਂ ਪਾਊਂਗਾ ਇਸ 'ਤੇ। ਗਿੱਲ ਸਾਹਿਬ, ਹੁਣ ਜੇ ਦੂਜੀ ਗੱਲ ਕਰੀਏ, ਕਿਉਂਕਿ ਜਿਹੜਾ ਕੇਸ ਹੈ PTC ਦੇ ਨਾਲ ਜੁੜਿਆ ਹੋਇਆ ਹੈ, ਤੇ ਦੂਜੇ ਪਾਸੇ ਇੱਕ ਪੈਰਲਲ ਜਿਹੜਾ ਹੋਰ ਇੱਕ ਇਸ਼ੂ ਜਿਹੜਾ ਇਸ ਵੇਲੇ ਬਰਨਿੰਗ ਹੈ ਉਹ ਗੁਰਬਾਣੀ ਟੈਲੀਕਾਸਟ ਦਾ ਹੈ, ਉਹ ਵੀ ਕਿਤੇ ਨਾ ਕਿਤੇ PTC ਦੇ ਨਾਲ ਜੁੜਿਆ, ਕਿਉਂਕਿ PTC ਕੋਲੇ ਰਾਈਟ ਹੈ ਇਸ ਵੇਲੇ ਤੱਕ। ਤੇ ਕੱਲ CM ਸਾਹਿਬ ਦਾ ਵੀ ਆਇਆ ਸੀ, ਸਟੇਟਮੈਂਟ ਆਈ ਸੀ, ਉਹਨਾਂ ਨੇ SGPC ਤੋਂ ਅਪੀਲ ਕੀਤੀ ਸੀਗੀ ਕਿ ਸਰਕਾਰ ਨੂੰ ਮੌਕਾ ਦਿੱਤਾ ਜਾਵੇ, ਸਰਕਾਰ ਖਰਚਾ ਕਰਨ ਨੂੰ ਤਿਆਰ ਹੈ। ਗੁਰਬਾਣੀ ਹੈ ਜਿਹੜੀ ਸਾਰੇ ਰੇਡੀਓ ਚੈਨਲਸ ਤੇ ਹੋਰ ਵੀ ਜਿਹੜੇ ਚਾਹੇ YouTube ਚੈਨਲਸ ਹੈ ਸਾਰਿਆਂ ਦੇ ਟੈਲੀਕਾਸਟ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ SGPC ਵੱਲੋਂ ਸਟੇਟਮੈਂਟ ਆਉਂਦੀ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਨੇ ਜਿਹੜੇ ਉਹ ਸਿਆਸੀ ਲਾਹਾ ਲੈ ਰਹੇ ਨੇ, ਤੇ ਉਹ ਦਖਲ ਹੈ ਜਿਹੜੀ ਉਹ ਨਾ ਦੇਣ ਜਿਹੜੇ ਗੁਰੂ ਘਰ ਦੇ ਪ੍ਰਬੰਧਾਂ ਦੇ ਵਿੱਚ। ਸੋ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਨਾਲ ਜਿਵੇਂ ਚੱਲ ਰਹੀ ਹੈ? ਮੈਂ ਕੇਸ ਤੋਂ ਹਟ ਕੇ ਪੋਲੀਟੀਕਲੀ ਗੱਲ ਕਰਦਾ ਕਿ ਇਹ ਸਟੇਟਮੈਂਟ ਦੇ ਕੇ ਭਗਵੰਤ ਮਾਨ ਜੀ ਨੇ ਸਾਰੀ ਦੁਨੀਆ ਦਾ ਦਿਲ ਜਿੱਤ ਲਿਆ ਕਿ ਗੁਰਬਾਣੀ ਬਹੁਤ ਸਾਰੀ ਦੁਨੀਆ 'ਚ ਲੋਕ ਸੁਣਦੇ ਨੇ, ਔਰ ਇਹ ਬਹੁਤ ਵੱਡਾ ਬੋਲਡ ਸਟੈਪ ਹੈ, ਐਡਾ ਵੱਡਾ ਡਿਸੀਜਨ ਲੈਣਾ ਭਗਵੰਤ ਮਾਨ ਵਾਸਤੇ ਬਹੁਤ ਅੱਛੀ ਗੱਲ ਹੈ, ਔਰ ਸਾਡੇ ਪੂਰੀ ਕਾਇਨਾਤ ਵਾਸਤੇ ਬਹੁਤ ਵੱਡੀ ਗੱਲ ਹੈ। ਦੂਸਰੀ ਗੱਲ, ਪੈਸੇ ਦੀ ਸ਼ਾਰਟੇਜ ਜਾਂ ਕੋਈ ਇਹੋ ਜਿਹੀ ਗੱਲ ਹੈ, ਉਹ ਕਦੀ ਵੀ ਗੁਰਦੁਆਰਿਆਂ ਨੂੰ ਪੈਸੇ ਦੀ ਘਾਟ ਨਹੀਂ ਹੁੰਦੀ। ਦਰਬਾਰ ਸਾਹਿਬ ਇੱਕ ਅਕਾਊਂਟ ਨੰਬਰ ਦੇ ਦੇਣ, ਇੱਕ ਸਿੰਗਲ 2 ਘੰਟੇ ਵਾਸਤੇ, ਕਿ ਸਾਨੂੰ 500 ਕਰੋੜ 1000 ਕਰੋੜ ਚਾਹੀਦਾ, ਅਸੀਂ ਇੱਥੇ TV ਚੈਨਲ ਚਲਾਉਣੇ ਆ, 2 ਘੰਟਿਆਂ 'ਚ ਬੈਂਕ ਦਾ ਅਕਾਊਂਟ ਨੱਕੋ ਨੱਕ ਨਾ ਭਰ ਜੇ ਤਾਂ ਮੈਨੂੰ ਪਕੜ ਲਿਓ। ਇਹ ਦੁਨੀਆ 'ਚ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਬਹੁਤ ਹੈ, ਹਰ ਧਰਮ ਦੇ ਲੋਕ ਹੈ, ਔਰ ਇਹ ਪੈਸਿਆਂ ਪੂਸਿਆਂ ਦੀ ਕੋਈ ਕਮੀ ਨਹੀਂ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੋ ਕੁਝ ਮੈਕਸਿਮਮ ਉੱਥੇ ਇਨਫਰਾਸਟ੍ਰਕਚਰ ਦੇ ਸਕਦੀ ਹੈ ਦੇਵੇ, ਜ਼ਰੂਰ ਦੇਵੇ। SGPC ਜ਼ਰੂਰ ਲਵੇ, ਜੇ ਸਰਕਾਰ ਦੇ ਰਹੀ ਹੈ ਤਾਂ ਕੋਈ ਘਾਟੇ ਵਾਲੀ ਗੱਲ ਨਹੀਂ ਹੈ, ਕੋਈ ਪਾਪ ਦੇ ਨੀਤੀ ਨਾਲ ਕੁਝ ਨਹੀਂ ਆ ਰਿਹਾ। ਉਹ ਇੱਕ ਸਾਰੀ ਕਾਇਨਾਤ ਵਾਸਤੇ ਦੇ ਰਹੇ ਨੇ, ਸਾਰੀ ਦੁਨੀਆ ਵਾਸਤੇ ਦੇ ਰਹੇ ਨੇ, ਸਾਰੇ ਲੋਕਾਂ ਨੂੰ, ਜਿਹੜੇ ਲੋਕ ਗੁਰਬਾਣੀ ਨੂੰ ਪਿਆਰ ਕਰਦੇ ਨੇ ਉਹਦੇ ਵਾਸਤੇ ਦੇ ਰਹੇ ਨੇ, ਔਰ ਇਹ ਬਹੁਤ ਅੱਛੀ ਗੱਲ ਹੈ। ਮੈਂ ਭਗਵੰਤ ਮਾਨ ਜੀ ਨੂੰ ਸਲੂਟ ਕਰਦਾ ਇਸ ਗੱਲ 'ਤੇ ਕਿ ਉਹਨਾਂ ਨੇ ਸਭ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ ਇਹ ਗੱਲ ਕਰਕੇ। ਤੀਸਰੀ ਗੱਲ ਇਹ ਹੈ ਕਿ SGPC ਦਾ ਜਿਹੜਾ ਮੈਂ ਸਟੇਟਮੈਂਟ ਮੈਂ ਵੀ ਸੁਣੀ ਹੈ, ਉਹ ਇਰਰੈਲੇਵੈਂਟ ਹੈ। ਇਰਰੈਲੇਵੈਂਟ ਇਸ ਕਰਕੇ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ SGPC ਦੇ ਅਧਿਕਾਰ ਖੇਤਰ 'ਤੇ ਇੰਟਰਵੀਨ ਕਰਨਾ ਚਾਹੁੰਦੇ ਨੇ ਭਗਵੰਤ CM ਸਾਹਿਬ। ਐਸਾ ਕੁਝ ਨਹੀਂ ਹੈ। CM ਸਾਹਿਬ ਕੋਈ ਬਦਨੀਅਤ ਨਾਲ ਇਹੋ ਜਿਹੀ ਸਟੇਟਮੈਂਟ ਨਹੀਂ ਆਈ ਹੋਈ, ਇਹ ਬਹੁਤ ਸਾਫ਼ ਨੀਅਤ ਨਾਲ ਸਟੇਟਮੈਂਟ ਆਈ ਹੋਈ ਆ, ਅਤੇ ਇਹਨੂੰ ਅਸੈਪਟ ਕਰਨਾ ਚਾਹੀਦਾ ਹੈ। ਔਰ ਮੈਂ SGPC ਨੂੰ ਐਡਵਾਈਜ਼ ਕਰੂੰਗਾ ਕਿ ਤੁਸੀਂ ਇਹੋ ਜਿਹੀਆਂ ਸਟੇਟਮੈਂਟ ਦੇਣ ਤੋਂ ਗੁਰੇਜ਼ ਕਰੋ, ਕਿਉਂਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰਦੇ ਨਹੀਂ ਹੈ। ਤੁਸੀਂ ਦੇਖੋ ਉੱਥੇ ਜਿੰਨੀਆਂ ਸਰਾਂ ਹੈਗੀਆਂ, ਜਿੰਨੇ ਉੱਥੇ ਕਮਰੇ ਹੈਗੇ, ਉਹਨਾਂ ਦਾ ਹਾਲ ਦੇਖੋ ਤੁਸੀਂ ਜਾ ਕੇ ਕੀ ਹੈ। ਗੰਦੇ ਬਿਸਤਰੇ ਨੇ, ਗੰਦੇ ਰੂਮ ਨੇ, ਗੰਦੇ ਬਾਥਰੂਮ ਨੇ। ਕੀ ਗੁਰਦੁਆਰਿਆਂ 'ਚ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ? ਸਾਰੇ ਕਮਰੇ ਉੱਥੇ ਚੋਰ ਬਜ਼ਾਰੀ 'ਚ ਵਿਕਦੇ ਨੇ। ਔਨਲਾਈਨ ਸਿਸਟਮ ਤੁਹਾਡਾ ਚੱਲਦਾ ਨਹੀਂ ਹੈ, ਜੇ ਚੱਲਦਾ ਤਾਂ ਤੁਹਾਡੇ ਮੰਜੇ ਬਿਸਤਰੇ ਠੀਕ ਨਹੀਂ ਹੈ। ਕਿਉਂ ਹੈ ਵੀ ਕੀ ਗੱਲ ਹੈ? ਪੰਥ ਦਾ ਪੈਸਾ ਨਾ, ਗੁਰੂ ਘਰ ਦਾ ਪੈਸਾ। ਲੋਕ ਉੱਥੇ ਦਰਸ਼ਨ ਕਰਨ ਆਉਂਦੇ ਨੇ, ਕਾਹਦੇ ਵਾਸਤੇ ਆਉਂਦੇ ਨੇ? ਉੱਥੇ ਠਹਿਰਨ ਦਾ ਇੰਤਜ਼ਾਮ ਹੈਗਾ, ਉਹਨੂੰ ਤੁਸੀਂ ਸਾਰੇ ਨੂੰ ਖਤਮ ਕਰ ਦੇਣਾ। ਉਹ ਬਿਲਡਿੰਗ ਕਾਹਦੇ ਵਾਸਤੇ ਬਣਾਈ ਹੋਈ ਹੈ? ਉਹ ਲੋਕਾਂ ਵਾਸਤੇ ਨਾ, ਜਨਰਲ ਪਬਲਿਕ ਵਾਸਤੇ ਹੈ। ਉਹਦਾ ਯੂਜ਼ ਪ੍ਰੋਪਰ ਕਿਉਂ ਨਹੀਂ ਹੋ ਰਿਹਾ? ਉਹ ਕਿਉਂ ਚੋਰਾਂ ਦੇ ਹੱਥ ਗਈ ਹੋਈ ਹੈ? ਉੱਥੇ ਇਹੋ ਜਿਹੇ ਲੋਕ ਹੈ, ਮੈਂ ਖੁਦ ਪਰਸਨਲੀ ਗਿਆ ਬਹੁਤ ਵਾਰ, ਮਤਲਬ ਤੁਸੀਂ ਕਮਰਾ ਲੈ ਕੇ ਦਿਖਾ ਦਿਓ, ਕਮਰਾ ਨਹੀਂ ਮਿਲੂਗਾ, ਕਮਰਾ ਪੈਸਿਆਂ ਨਾਲ ਮਿਲੂਗਾ। ਇਹ ਤਾਂ ਸਾਡੇ ਸਿੱਖੀਜ਼ਮ 'ਚ ਕਿਤੇ ਨਹੀਂ ਲਿਖਿਆ ਕਿ ਗੁਰੂ ਘਰਾਂ 'ਚ ਜਿਹੜੇ ਕਮਰੇ ਹੈ ਉਹ ਪੈਸਿਆਂ ਨਾਲ ਜਾਂ ਬਰਾਈਬ ਨਾਲ ਮਿਲਣੇ। ਇਹ ਤਾਂ ਸੇਵਾ ਲੋਕ ਕਰਦੇ ਨੇ, ਉਹਦੇ ਵਾਸਤੇ ਹੁੰਦੇ ਨੇ। ਮੈਨੂੰ ਐਂ ਲੱਗਦਾ ਕਿ ਇਹ ਜਿਹੜੇ ਕਮਰੇ ਦਾ ਇੰਤਜ਼ਾਮ ਹੈ, ਇਹਨੂੰ ਵੀ ਬੜਾ ਵਧੀਆ ਤਰੀਕੇ ਨਾਲ ਮੈਨੇਜ ਕਰਨਾ ਚਾਹੀਦਾ। ਆਊਟਸੋਰਸ ਕਰ ਦਿਓ ਤੁਸੀਂ, ਜਿਵੇਂ ਹੋਟਲ ਆਊਟਸੋਰਸ ਕਰਦੇ ਨੇ, ਕਮਰੇ ਦੀ ਸਫਾਈਆਂ, ਕਮਰੇ ਦਾ ਸਟਰਕਚਰ, ਉਹਦਾ ਫਰਨੀਚਰ, ਚਾਦਰ ਚੇਂਜ ਕਰਨਾ, ਇਹ ਉਹ ਸਾਰਾ ਆਊਟਸੋਰਸ ਹੁੰਦਾ ਅੱਜ ਕੱਲ੍ਹ। ਆਊਟਸੋਰਸ ਕਰ ਦਿਓ, ਆਕਸ਼ਨ ਦੇ ਦਿਓ, ਪੈਸੇ ਦੀ ਕੋਈ ਕਮੀ ਨਹੀਂ ਹੈ। ਚੌਥੀ ਜਿਹੜੀ ਸਭ ਤੋਂ ਜ਼ਿਆਦਾ ਡੈਮੇਜਿੰਗ SGPC ਨੇ ਅੱਜ ਤੱਕ ਕੀਤਾ ਹੈ, ਪੂਰੇ ਪੰਜਾਬ ਵਿੱਚ ਇੱਕ ਵੀ ਐਸਾ ਕੋਚਿੰਗ ਸੈਂਟਰ ਨਹੀਂ ਹੈ ਜਿਹੜਾ ਸਾਡੇ ਬੱਚਿਆਂ ਨੂੰ IAS PCS ਦੀ ਕੋਚਿੰਗ ਦਿੰਦਾ ਹੋਵੇ। ਸਾਡੇ ਕੋਲੇ SGPC ਕੋਲੇ ਪੈਸਿਆਂ ਦੀ ਕਮੀ ਨਹੀਂ, ਉਹ ਕਹਿ ਰਹੇ ਸਾਡੇ ਕੋਲ ਕਮੀ ਨਹੀਂ ਹੈ। ਨੋ ਡਾਊਟ ਕਮੀ ਵੀ ਨਹੀਂ ਹੈ, ਹੋਰ ਪੈਸੇ ਚਾਹੀਦੇ ਆ ਦੁਨੀਆ ਭਰ 'ਚੋਂ। ਇੱਕ ਆਵਾਜ਼ ਦੇਣ ਘੰਟਿਆਂ 'ਚ ਅਕਾਊਂਟ ਭਰ ਜਾਣਗੇ। ਪਰ ਤੁਸੀਂ ਸੁਸਾਇਟੀ ਨੂੰ ਸਰਵ ਤਾਂ ਕਰੋ।
ਤੁਸੀਂ ਮਾਝਾ ਮਾਲਵਾ ਦੁਆਬਾ 'ਚ ਇੱਕ ਸੈਂਟਰ ਤਾਂ ਖੋਲੋ ਬੱਚਿਆਂ ਵਾਸਤੇ ਜਿਹੜੇ IAS ਬਣਨਾ ਚਾਹੁੰਦੇ ਨੇ, PCS ਬਣਨਾ ਚਾਹੁੰਦੇ ਨੇ, ਜੱਜ ਬਣਨਾ ਚਾਹੁੰਦੇ ਨੇ। ਤੁਸੀਂ ਉਹਨਾਂ ਵਿੱਚ ਕੋਚਿੰਗ ਸੈਂਟਰ ਨਹੀਂ ਖੋਲ੍ਹ ਸਕਦੇ? ਤੁਹਾਡੇ ਸਕੂਲ ਖੋਲ੍ਹੇ, ਉਹਨਾਂ ਦਾ ਇੰਨਾ ਪੱਧਰ ਗਿਰਿਆ ਹੋਇਆ ਕੋਈ ਹਿਸਾਬ ਨਹੀਂ ਹੈ। ਕਾਲਜ ਤੁਹਾਡੇ, ਉਹਨਾਂ ਦੇ ਫਰਨੀਚਰ ਤੱਕ ਨਹੀਂ ਹੈਗਾ, ਔਰ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ। ਮਤਲਬ SGPC ਨੂੰ ਆਪਦੇ ਪੀੜ੍ਹੀ ਥੱਲੇ ਡੰਡਾ ਮਾਰਨਾ ਚਾਹੀਦਾ। ਮਾਰ ਕੇ ਦੇਖੋ ਕਿ ਤੁਸੀਂ ਕਿੰਨੇ ਗਲਤ ਹੋ। ਇਹ ਪੰਥ ਦੇ ਪੈਸੇ ਨੇ, ਇਹ ਧਰਮ ਦੇ ਪੈਸੇ ਨੇ, ਇਹ ਲੋਕਾਂ ਦੀ ਸੇਵਾ 'ਤੇ ਲੱਗਣੇ ਚਾਹੀਦੇ ਨੇ, ਇਹ ਲੋਕਾਂ ਦੀ ਐਜੂਕੇਸ਼ਨ 'ਤੇ ਲੱਗਣੇ ਚਾਹੀਦੇ। ਲੋਕਾਂ ਦੇ ਉੱਥੇ 3 ਮੈਡੀਕਲ ਕਾਲਜ ਖੋਲ੍ਹਦੇ ਨੇ, SGPC ਖੋਲ੍ਹ ਨਹੀਂ ਸਕਦੀ। ਕਿੰਨੇ ਹਜ਼ਾਰਾਂ ਕਰੋੜਾਂ ਦਾ ਬਜਟ ਹੈ, 3 ਮੈਡੀਕਲ ਕਾਲਜ, ਇੱਕ ਮਾਲਵਾ, ਇੱਕ ਦੁਆਬਾ, ਇੱਕ ਮਾਝੇ, 3 ਖੋਲ੍ਹ ਕੇ ਦੇਖ ਲਓ ਤੁਸੀਂ। ਇਹ ਪੰਜਾਬ ਦਾ ਚਿਹਰਾ ਹੀ ਚੇਂਜ ਹੋ ਜਾਊਗਾ। 3 ਕੋਚਿੰਗ ਸੈਂਟਰ ਖੋਲ੍ਹ ਲਓ, ਹਰ ਸਾਲ ਤੁਹਾਨੂੰ 50-100 ਬੱਚੇ IAS IPS ਬਣੇ ਲੱਭਣਗੇ, PCS ਜੱਜ ਬਣੇ ਲੱਭਣਗੇ। ਜਦੋਂ ਅਸੀਂ ਦੇ ਹੀ ਨਹੀਂ ਪੈ ਰਹੇ ਸੋਸਾਇਟੀ ਨੂੰ, ਅਸੀਂ ਫ੍ਰੀ ਆਫ ਕਾਸਟ ਜੇ ਅਸੀਂ ਐਜੂਕੇਸ਼ਨ ਦਈਏ ਬੱਚਿਆਂ ਨੂੰ, ਫ੍ਰੀ ਆਫ ਕਾਸਟ ਕੋਚਿੰਗ ਸੈਂਟਰ ਬਣ ਜਾਣ, ਬੱਚਿਆਂ ਦੀ ਰਹਿਣ ਦੀ ਸਹੂਲਤ ਹੋਵੇ ਉੱਥੇ, ਤੇ ਕਿਉਂ ਬੱਚੇ ਬਾਹਰ ਜਾਣਗੇ ਵੀ? ਉਹ ਇੱਥੇ IAS ਬਣਨਾ ਪਸੰਦ ਕਰੂ, PCS ਬਣਨਾ ਪਸੰਦ ਕਰੂ, ਕੋਈ ਇੰਸਪੈਕਟਰ ਬਣਨਾ ਪਸੰਦ ਕਰੂ। ਜਿੱਥੇ ਜਿੱਥੇ ਜਿਵੇਂ ਜਿਵੇਂ ਪੜ੍ਹਨਗੇ, ਜਿਵੇਂ ਜਿਵੇਂ ਉਹਨਾਂ ਦੀ ਮੈਰਿਟ ਉਹ ਬਣਨਾ ਪਸੰਦ ਕਰਨਗੇ, ਕਿ ਉਹ ਬਾਹਰ ਜਾ ਕੇ ਟਰੱਕ ਚਲਾਉਣਾ ਪਸੰਦ ਕਰਨਗੇ, ਉਹ ਪਸੰਦ ਕਰਨਗੇ। ਬਟ SGPC ਦਾ ਧਿਆਨ ਇਹਨਾਂ ਗੱਲਾਂ ਵੱਲ ਨਹੀਂ ਹੈ। SGPC ਨੂੰ ਜਿਹੜਾ ਵੀ ਪ੍ਰਧਾਨ ਬਣੇ, ਕੋਈ ਵੀ ਬਣੇ ਇਨ ਫਿਊਚਰ, ਪਤਾ ਨਹੀਂ ਕਿੰਨੇ ਆ ਗਏ ਕਿੰਨੇ ਚਲੇ ਗਏ ਹੈ, ਉਹਨੂੰ ਵੈਲਫੇਅਰ ਆਫ ਦੀ ਸੋਸਾਇਟੀ ਸੋਚਣਾ ਚਾਹੀਦਾ, ਉਹਨੂੰ ਧਰਮ ਦੇ ਨਾਲ ਸੋਚਣਾ ਚਾਹੀਦਾ। ਉਹਨੂੰ ਸਿੱਖੀਜ਼ਮ 'ਚ ਐਸਾ ਕੁਝ ਨਹੀਂ ਹੈ ਕਿ ਮੈਂ ਇਹ ਬੰਦੇ ਨੂੰ, ਬੱਚੇ ਨੂੰ ਪੜ੍ਹਾਉਣਾ, B ਨੂੰ ਪੜ੍ਹਾਉਣਾ, C ਨੂੰ ਪੜ੍ਹਾਉਣਾ। ਕੋਈ ਵੀ ਬੰਦਾ ਗੁਰਦੁਆਰੇ ਜਾ ਸਕਦਾ, ਕਿਸੇ ਵੀ ਧਰਮ ਦਾ, ਕੋਈ ਵੀ ਬੰਦਾ ਉੱਥੇ ਲੰਗਰ ਖਾ ਸਕਦਾ, ਕੋਈ ਵੀ ਬੰਦਾ ਲੰਗਰ ਛਕ ਸਕਦਾ, ਕੋਈ ਵੀ ਬੰਦਾ ਉੱਥੇ ਗੁਰਦੁਆਰੇ ਠਹਿਰ ਸਕਦਾ, ਠੀਕ ਹੈ। ਪਰ ਹੁਣ ਤਾਂ ਉੱਥੇ ਇੰਤਜ਼ਾਮ ਨਹੀਂ ਹੈ, ਪਰ ਉਹ ਉੱਥੇ ਰਹਿਣ ਵਾਸਤੇ ਬਣਾ ਤਾਂ ਨਹੀਂ ਕਰਦੇ, ਕੋਈ ਰੋਕ ਤਾਂ ਨਹੀਂ ਸਕਦਾ ਨਾ, ਕੋਈ ਕਿਸੇ ਵੀ ਤਰ੍ਹਾਂ ਦਾ ਬੰਦਾ। ਸੋ ਜਿੰਨਾ ਸੈਕੂਲਰ ਸਿੱਖੀਜ਼ਮ ਹੈ ਉਹਨੂੰ ਪ੍ਰੋਟੈਕਟ ਕਰਨਾ ਚਾਹੀਦਾ ਹੈ। ਦੁਨੀਆ ਅੱਗੇ ਐਗਜ਼ਾਮਪਲ ਹੋਣਾ ਚਾਹੀਦਾ ਹੈ ਕਿ ਸੈਕੂਲਰ ਜਿਹੜਾ ਧਰਮ ਹੈ ਇਹ ਦੁਨੀਆ 'ਤੇ ਰਾਈਜ਼ ਕਰੇ, ਇਹ ਦੁਨੀਆ ਦੀ ਸੇਵਾ ਕਰੇ, ਇਮਾਨਦਾਰੀ ਨਾਲ ਸੇਵਾ ਕਰੇ। ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਸਾਡੀ ਨੀਅਤ ਖਰਾਬ ਹੈ। ਅਸੀਂ ਗਲਤ ਬੰਦਿਆਂ ਨੂੰ SGPC ਮੈਂਬਰ ਬਣਾ ਕੇ ਉੱਥੇ ਭੇਜਦੇ ਹਾਂ, ਜਿਹੜੇ ਸਾਡੇ ਸਿੱਖੀਜ਼ਮ ਨੂੰ ਖਰਾਬ ਕਰਦੇ ਆ। ਔਰ ਮੈਂ ਪਰਸਨਲੀ ਅਗਰੀਵਡ ਹਾਂ ਇਸ ਗੱਲ ਤੋਂ, ਔਰ ਮੇਰੇ ਨਾਲ ਬਹੁਤ ਵਾਰ ਹੋ ਚੁੱਕਿਆ ਕਿ ਮੈਨੂੰ ਕਦੀ ਦਰਬਾਰ ਸਾਹਿਬ ਕਮਰਾ ਨਹੀਂ ਮਿਲਿਆ। ਮੈਂ ਬੱਚਿਆਂ ਨਾਲ ਵੀ ਗਿਆ, ਮੈਂ ਪਰਸਨਲੀ ਇਕੱਲਾ ਵੀ ਗਿਆ, ਦੋਸਤਾਂ ਨਾਲ ਵੀ ਗਏ ਹਾਂ, ਨੈਵਰ ਉੱਥੇ ਕਿਸੇ ਨੂੰ ਕਮਰਾ ਨਹੀਂ ਮਿਲਦਾ। ਹੁੰਦਾ ਵੀ ਹੈ ਤੇ ਇੰਨੇ ਗੰਦੇ ਕੱਪੜੇ, ਇੰਨੇ ਗੰਦੀਆਂ ਰਜ਼ਾਈਆਂ ਤੇ ਇੰਨੇ ਗੰਦੇ ਬਿਸਤਰੇ ਹੁੰਦੇ ਨੇ, ਬਾਥਰੂਮ ਗੰਦੇ ਹੁੰਦੇ ਨੇ। ਕਿਉਂ? ਉਹ ਪੈਸੇ ਕਿਉਂ ਖਰਾਬ ਕਰ ਰਹੇ ਹੋ ਤੁਸੀਂ? ਉੱਥੇ ਜੇ 10 ਇੰਪਲਾਈ ਦੀ ਲੋੜ ਹੈ, ਉੱਥੇ 200 ਇੰਪਲਾਈ ਰੱਖੇ ਹੋਏ ਨੇ, ਕੀ ਕਰਦੇ ਨੇ ਉਹ? ਕੁਝ ਵੀ ਨਹੀਂ ਕਰਦੇ। ਸੋ SGPC ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ, ਪੋਲੀਟੀਕਲ ਸਿਸਟਮ ਦੇ ਵਿੱਚ ਇੰਟਰਵੀਨ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਪੂਰੇ ਧਰਮ ਦੀ ਸੇਵਾ ਕਰਨੀ ਚਾਹੀਦੀ ਹੈ, ਔਰ ਇਹ ਆਪਣੇ ਆਪ ਨੂੰ ਰਾਜਨੀਤੀ ਤੋਂ ਦੂਰ ਰੱਖਣ। ਤੁਹਾਨੂੰ ਧਰਮ ਲਈ, ਤੁਹਾਨੂੰ ਸਿੱਖਜ਼ਮ ਲਈ, ਤੁਹਾਨੂੰ ਗੁਰਬਾਣੀ ਲਈ ਕਿਸੇ ਨੂੰ ਵੀ ਕਹਿਣਾ ਪਵੇ, ਤੁਸੀਂ ਇੱਕ ਆਵਾਜ਼ ਲਾਓ, 2 ਘੰਟਿਆਂ 'ਚ ਜਿਹੜੀ ਮਰਜ਼ੀ ਬੈਂਕ ਦੇ ਦਿਓ, ਬੈਂਕ ਤੋਂ ਪੈਸੇ ਨਹੀਂ ਸੰਭਾਲੇ ਜਾਣਗੇ। ਇਹ ਸਾਡੀ ਗੁਰਬਾਣੀ ਨੂੰ ਲੋਕ ਪਿਆਰ ਕਰਦੇ ਨੇ। ਸੋ ਜਿਹੜੀਆਂ ਜਥੇਬੰਦੀਆਂ, ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹੂੰਗਾ ਜਿਹੜੇ ਗੁਰਬਾਣੀ ਨੂੰ ਪਿਆਰ ਕਰਦੇ ਨੇ, ਪਲੀਜ਼ ਆਵਾਜ਼ ਉਠਾਓ। ਤੇ SGPC ਦਾ ਹੁਣ ਇਲੈਕਸ਼ਨ ਆਉਣ ਵਾਲਾ, ਪਲੀਜ਼ ਬਹੁਤ ਪੜ੍ਹੇ ਲਿਖੇ ਬੰਦੇ, ਇੰਟੈਲੀਜੈਂਟ ਜਿਹੜੇ ਬੰਦੇ ਆ, ਉਹੀ ਫਾਰਮ ਭਰਨ ਤੇ ਉਹੀ ਇਲੈਕਟ ਹੋ ਕੇ ਆਉਣ, ਤਾਂ ਕਿ ਉੱਥੇ ਜਿਹੜਾ ਮਾੜੇ ਅਨਸਰ ਆ ਉਹਨਾਂ ਨੂੰ ਬਾਹਰ ਕੀਤਾ ਜਾਵੇ ਤੇ SGPC ਨੂੰ ਧਰਮ ਨਾਲੋਂ ਅੱਡ ਕੀਤਾ ਜਾਵੇ, ਰਾਜਨੀਤੀ ਨਾਲੋਂ ਅੱਡ ਕੀਤਾ ਜਾਵੇ। ਜਿਹੜਾ ਰਾਜਨੀਤੀ ਦਾ ਉੱਥੇ ਇੰਟਰਫੇਰੈਂਸ ਹੈ ਉਹ ਬਿਲਕੁਲ ਗਲਤ ਹੈ। ਉਹਨੇ ਸਾਡਾ ਪੋਲੀਟੀਕਲ ਸਿਸਟਮ ਵੀ ਖਰਾਬ ਕੀਤਾ ਔਰ ਸਾਡਾ ਰਿਲੀਜਨ ਵੀ ਖਰਾਬ ਕੀਤਾ। ਉਹਦੇ ਨਾਲ ਜਿਹੜਾ ਸਾਡੇ 'ਚ ਸੈਕੂਲਰਿਜ਼ਮ ਸੀ ਨਾ, ਉਹਨੂੰ ਘਾਟਾ ਹੋਇਆ। ਕਿਉਂਕਿ ਸਿੱਖੀਜ਼ਮ 'ਚ ਸਭ ਤੋਂ ਜ਼ਿਆਦਾ ਸੈਕੂਲਰਿਜ਼ਮ ਦੁਨੀਆ 'ਚ, ਇਸ ਤੋਂ ਵੱਡਾ ਸੈਕੂਲਰਿਜ਼ਮ ਕਿਸੇ 'ਚ ਨਹੀਂ ਹੈ, ਔਰ ਪੰਜਾਬੀਅਤ 'ਚ। ਸੋ ਇਹਨੂੰ ਮੇਨਟੇਨ ਕਰੋ, ਇਹ ਦੁਨੀਆ ਦਾ ਭਲਾ ਹੋਊਗਾ। ਗੁਰਬਾਣੀ ਸਰਵ ਕਰੋ, ਜਿਹੜਾ ਮਰਜ਼ੀ ਆਵੇ, ਭਾਵੇਂ ਮੈਂ ਕਹਿੰਦਾ ਦਿੱਲੀ ਸਰਕਾਰ ਆ ਜਾਏ, ਮੈਂ ਕਹਿੰਦਾ ਆਂਧਰਾ ਪ੍ਰਦੇਸ਼ ਸਰਕਾਰ ਆ ਜਾਏ, ਵੀ ਅਸੀਂ ਚੈਨਲ ਲਾਣ ਦਿਓ। ਤੁਹਾਡੇ ਕੋਲ ਤਾਂ ਕੁਝ ਨਹੀਂ ਜਾ ਰਿਹਾ ਨਾ। ਕੋਈ ਹੋਰ ਰਾਜਸਥਾਨ ਸਰਕਾਰ ਆ ਜਾਏ, ਕੱਲ੍ਹ ਨੂੰ ਹਰਿਆਣਾ ਸਰਕਾਰ ਆ ਜਾਏ, ਵੀ ਅਸੀਂ ਵੀ ਚੈਨਲ ਐਸਟੈਬਲਿਸ਼ ਕਰਨਾ, ਅਸੀਂ ਪੈਸੇ ਦੇਵਾਂਗੇ, ਕਰਨ ਦਿਓ ਸੇਵਾ। ਮਹਾਰਾਜਾ ਰਣਜੀਤ ਸਿੰਘ ਨੇ ਕਿੰਨੀ ਸੋਨੇ ਦੀ ਸੇਵਾ ਕੀਤੀ। ਸੋ ਗੁਰਦੁਆਰੇ ਦੀ ਸੇਵਾ ਨਾਲ ਹੀ ਚੱਲਦੇ ਆ ਨਾ। ਅਗਰ ਭਗਵੰਤ ਮਾਨ ਨੇ ਇਹ ਕਹਿਤਾ ਕਿ ਸੇਵਾ ਕਰ ਰਿਹਾ ਹੈ ਜਾਂ ਸਰਕਾਰ ਸੇਵਾ ਕਰਨ ਨੂੰ ਤਿਆਰ ਹੈ, ਵਟ ਇਜ਼ ਰੋਂਗ ਇਨ ਇਟ? ਇਹ ਤਾਂ ਬੜੀ ਜਸਟੀਫਾਈਡ ਜੀ ਗੱਲ ਹੈ। ਮਹਾਰਾਜਾ ਰਣਜੀਤ ਸਿੰਘ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਟਨਾਂ ਦੇ ਹਿਸਾਬ ਨਾਲ ਸੋਨਾ ਚੜਾਉਂਦੇ ਸੀ। ਉਹਨਾਂ ਨੂੰ ਵੀ ਅਕਾਲ ਤਖਤ ਨੇ ਸਜ਼ਾ ਦਿੱਤੀ ਹੈ। ਸੋ ਉਹ ਪਿਓਰਿਟੀ ਮੇਨਟੇਨ ਹੋਣੀ ਚਾਹੀਦੀ ਹੈ। ਉਹ ਪਿਓਰਿਟੀ ਦੇ ਲੋਕ ਅਕਾਲ ਤਖਤ 'ਤੇ ਆਉਣਾ ਚਾਹੀਦਾ।
ਉਹ ਪਿਓਰਿਟੀ ਦੇ ਲੋਕ ਐਸਜੀਪੀਸੀ ਜਾਣੇ ਉਹ ਪਿਓਰਿਟੀ ਦੇ ਲੋਕ ਅੱਗੇ ਆਣਗੇ ਤਾਂ ਐਸਜੀਪੀਸੀ ਜਿਹੜਾ ਉਹ ਵਧੀਆ ਕੰਮ ਕਰ ਪਾਏਗੀ। ਤੁਸੀਂ ਕਿਸੇ ਵੀ ਐਸਜੀਪੀਸੀ ਦਾ ਇੰਟਰਵਿਊ ਲੈ ਕੇ ਦੇਖ ਲਓ, ਜੇ ਉਹਨੂੰ ਬੇਸਿਕ ਗੱਲ ਵੀ ਪਤਾ ਹੋਵੇ ਕਿ ਐਸਜੀਪੀਸੀ ਕਿਉਂ ਬਣੀ ਹੈ, ਕਾਹਦੇ ਵਾਸਤੇ ਬਣੀ ਹੈ, ਇਹਦਾ ਦਾਇਰਾ ਕੀ ਹੈ ਤੇ ਇਹਨੂੰ ਅਸੀਂ ਕਿਵੇਂ ਚਲਾਉਣਾ, ਨਹੀਂ ਉਹਨਾਂ ਨੂੰ ਤਾਂ ਸਿਰਫ ਇਹ ਪਤਾ ਹੈ ਕਿ ਸਾਨੂੰ ਜਾਂਦਿਆਂ ਨੂੰ ਵੀਆਈਪੀ ਕਮਰਾ ਮਿਲਦਾ, 2 ਬੰਦੇ ਸਾਡੇ ਰੱਖੇ ਜਾਂਦੇ ਨੇ ਪਿੰਡ ਵਾਲੇ, 2 ਹੋਰ ਰੱਖ ਲਾਂਗੇ ਬਸ, ਜੈ ਜੈਕਾਰ। ਇਹ ਸਾਡਾ ਐਸਜੀਪੀਸੀ ਦਾ ਮੋਟਿਵ ਇਹ ਨਹੀਂ ਸੀਗਾ ਬਣਾਉਣ ਦਾ। ਐਸਜੀਪੀਸੀ ਦਾ ਮੋਟਿਵ ਇਹ ਸੀ ਕਿ ਸਿੱਖੀਜ਼ਮ ਸੈਕੂਲਰਿਜ਼ਮ ਜਿਹੜਾ ਸਾਡੇ 'ਚ ਭਰਿਆ ਉਹਨੂੰ ਪੂਰੀ ਦੁਨੀਆ 'ਚ ਪ੍ਰਸਾਰ ਕਰਨਾ, ਗੁਰਬਾਣੀ ਦਾ ਪੂਰੀ ਦੁਨੀਆ 'ਚ ਪ੍ਰਸਾਰ ਕਰਨਾ, ਸੱਚੇ ਦਿਲੋਂ ਪ੍ਰਸਾਰ ਕਰਨਾ। ਔਰ ਸਿੱਖ ਦੇ ਧਰਮ ਦੇ ਵਿੱਚ ਕੋਈ ਬੰਦਾ ਐਂਟੀ ਸੋਸ਼ਲ ਕੰਮ ਕਰਦਾ, ਜਿਵੇਂ ਕੋਈ ਕੁਤਾਹੀ ਕਰਦਾ, ਅਗਰ ਅਕਾਲ ਤਖਤ ਦੇ ਜਥੇਦਾਰਾਂ ਨੂੰ, ਪੂਰੀ ਕਮੇਟੀ ਨੂੰ, ਜੋ ਵੀ ਉਹਨੂੰ ਡੀਲ ਕਰੇ, ਉਹਨੂੰ ਇਹ ਸਮਝ ਲੱਗੇ ਕਿ ਇਹ ਕੌਮ ਦੇ ਖਿਲਾਫ ਹੈ, ਸਿੱਖੀਜ਼ਮ ਦੇ ਖਿਲਾਫ, ਉਹਨੂੰ ਸਜ਼ਾ ਲਾਏ, ਵਧੀਆ ਜੀ ਲਾਵੇ। ਮਹਾਰਾਜਾ ਰਣਜੀਤ ਸਿੰਘ ਨੇ ਵੀ ਸਜ਼ਾ ਖਾਧੀ ਸੀ, ਸਭ ਨੂੰ ਲਾਵੇ, ਖੁੱਲੇ ਦਿਲ ਨਾਲ ਲਾਣ। ਡਰਦੇ ਕਿਉਂ ਹੈ? ਡਰਦੇ ਇਸ ਕਰਕੇ ਕਿ ਪੋਲੀਟੀਕਲ ਇੰਟਰਵੈਂਸ਼ਨ ਹੈ। ਸੋ ਐਸਜੀਪੀਸੀ ਦੇ ਵਿੱਚ ਪੋਲੀਟੀਕਲ ਇੰਟਰਵੈਂਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ। ਪੜ੍ਹੇ ਲਿਖੇ ਬੰਦੇ ਜਿਹੜੇ ਆ, ਮੈਂ ਕਹਿੰਦਾ ਉਹ ਸਾਰੇ ਅੱਗੇ ਆਉਣ। ਜਿਹੜਾ ਵੀ ਬੰਦਾ ਹੈ ਉਹ ਇਹ ਸਮਝੇ ਕਿ ਮੈਂ ਸੇਵਾ ਕਰਨੀ ਹੈ, ਤਹਿ ਦਿਲ ਤੋਂ ਸੇਵਾ ਕਰਨੀ ਹੈ, ਉਹ ਬੰਦਾ ਪੜ੍ਹਿਆ ਲਿਖਿਆ ਤੇ ਅੱਗੇ ਆਵੇ। ਅਨਪੜ੍ਹ ਬੰਦਾ ਪਲੀਜ਼ ਨਾ ਆਓ। ਅਨਪੜ੍ਹਤਾ ਕਰਕੇ ਹੀ ਤੁਸੀਂ ਦੇਖਿਆ ਕਿ ਕਿਸਾਨ ਅੰਦੋਲਨ ਕਿਉਂ ਖਰਾਬ ਹੋਇਆ। ਮੈਂ ਬਹੁਤ ਬੋਲਦਾ ਸੀ ਉੱਥੇ ਜਾ ਕੇ। ਕਿਸਾਨ ਅੰਦੋਲਨ 'ਚ ਇੱਕੋ ਹੀ ਪ੍ਰੋਬਲਮ ਆ ਰਹੀ ਸੀ ਕਿ ਕੋਈ ਵੀ ਪੜ੍ਹੇ ਲਿਖੇ ਬੁੱਧੀਜੀਵ ਬੰਦੇ ਨੂੰ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ ਜਾਂਦਾ ਸੀ। ਜਦੋਂ ਤੁਸੀਂ ਬੁੱਧੀਜੀਵ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲੋਗੇ, ਤੁਸੀਂ ਆਪਣਾ ਸਟਰਕਚਰ ਨਹੀਂ ਚਲਾ ਸਕਦੇ। ਤੁਸੀਂ ਆਪਦਾ ਨਾ ਇਕਨੋਮਿਕਸ ਚਲਾ ਸਕਦੇ ਹੋ, ਨਾ ਤੁਸੀਂ ਆਪਦਾ ਸੋਸ਼ਲ ਸਟਰਕਚਰ ਕਰਨਾ। ਇਹ ਲੋਕ PhD ਐਵੇਂ ਨਹੀਂ ਕਰ ਜਾਂਦੇ। ਇਹ ਵੱਡੇ ਵੱਡੇ ਗਿਆਨੀ ਜਿਵੇਂ ਮਨਮੋਹਨ ਸਿੰਘ ਹੈ, ਇਹ ਇੱਦਾਂ ਨਹੀਂ ਪਏ। ਇਹ ਦੁਨੀਆ ਦੇ ਇਹੋ ਜਿਹੇ ਬੰਦੇ ਬਹੁਤ ਘੱਟ ਪੈਦਾ ਹੁੰਦੇ ਨੇ। ਸੋ ਜਿੰਨੇ ਬੁੱਧੀਜੀਵੀ ਬੰਦੇ ਆ ਉਹ ਅੱਗੇ ਆਉਣ, ਆਪਣੇ ਆਪ ਹੀ ਅੱਗੇ ਆ ਜਾਣ। ਮੈਂ ਤਾਂ ਰਿਕੁਐਸਟ ਕਰੂੰਗਾ ਸਾਰੀ ਦੁਨੀਆ ਦੇ ਬੁੱਧੀਜੀਵੀ ਬੰਦਿਆਂ ਨੂੰ, ਪਲੀਜ਼ ਆਓ, ਐਸਜੀਪੀਸੀ ਨੂੰ ਸਰਵ ਕਰੋ ਅਤੇ ਸਿੱਖੀਜ਼ਮ ਨੂੰ ਅੱਗੇ ਵਧਾਓ। ਸਿੱਖੀਜ਼ਮ ਇੱਕ ਇਹੋ ਜਿਹਾ ਧਰਮ ਹੈ ਜਿਹੜੇ ਸਾਰੇ ਧਰਮਾਂ ਦੀ ਰਿਸਪੈਕਟ ਕਰਦਾ ਅਤੇ ਸਾਰੇ ਧਰਮਾਂ ਨੂੰ ਸਲੂਟ ਕਰਦਾ, ਔਰ ਇਸ ਤੋਂ ਵੱਡਾ ਸੈਕੂਲਰਿਜ਼ਮ ਸ਼ਾਇਦ ਇਸ ਦੁਨੀਆ 'ਤੇ ਨਹੀਂ ਹੈ। ਬਹੁਤ ਸ਼ੁਕਰੀਆ ਜੀ। ਸੋ ਗੱਲਬਾਤ ਕਰ ਰਹੇ ਸੀ ਕਿ ਐਡਵੋਕੇਟ GS ਕੌੜਾ ਜਿਨ੍ਹਾਂ ਨੇ ਕੇਸ ਦੀ ਇਹ ਜਾਣਕਾਰੀ ਦਿੱਤੀ, ਜਿਹੜੀ ਅੱਜ ਹੀਅਰਿੰਗ ਸੀਗੀ ਮੋਹਾਲੀ ਦੇ ਵਿੱਚ। ਵਿਸ਼ਵ ਜੋਤੀ ਸਿਵਲ ਜੱਜ ਨੇ ਉਹਨਾਂ ਦੀ ਕੋਰਟ ਦੇ ਵਿੱਚ PTC ਦੇ MD ਰਵਿੰਦਰ ਨਾਰਾਇਣ ਅੱਜ ਅਪੀਅਰ ਹੋਏ ਸੀ, ਜਿਨ੍ਹਾਂ ਦਾ ਪੁਲਿਸ ਰਿਮਾਂਡ ਹੈ 3 ਦਿਨਾਂ ਲਈ ਐਕਸਟੈਂਡ ਕਰ ਦਿੱਤਾ ਗਿਆ ਤੇ ਅਗਲੀ ਜਿਹੜੀ ਪੇਸ਼ੀ ਹੈ ਉਹ ਸੋਮਵਾਰ ਨੂੰ 11 ਅਪ੍ਰੈਲ ਨੂੰ ਕੋਰਟ ਦੇ ਵਿੱਚ ਹੋਵੇਗੀ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।